ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਇਸ ਟਾਈਮ ਆਪਣੇ ਨਾਲ, ਤੇ ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1300 AM ਫਰੀਜ਼ਨੋ, 1350 AM ਬੇਕਰਸਫੀਲਡ। ਨਾਲ ਦੀ ਨਾਲ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਜਿੰਨੇ ਵੀ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ, ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 10 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਰੀਨਿਊ ਕਰਨ ਦਾ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਸਟਾਰਟ ਹੋ ਚੁੱਕਾ ਹੈ। ਤੁਸੀਂ ਵੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਆਫਿਸ 'ਚ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ ਪਰਮਜੀਤ ਕੌਰ ਵਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਲੋਵਿਸ, ਬਿੰਦਰ ਢਾਲੀਵਾਲ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਅਤੇ ਨਾਲ ਹੀ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਬੈਂਕਟ ਹਾਲ ਨੇ। 200 ਤੋਂ ਲੈ ਕੇ 1200 ਜਾਣਿਆਂ ਦੀ ਕਪੈਸਿਟੀ ਦੇ ਤੁਸੀਂ ਆਪਣੀਆਂ ਪਾਰਟੀਆਂ ਇੱਦਾਂ ਦੇ ਕਰ ਸਕਦੇ ਹੋ। ਬਹੁਤ ਹੀ ਖੁੱਲ੍ਹੀ ਡੁੱਲੀ ਪਾਰਕਿੰਗ ਹੈ। ਕਲੇ ਅਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਇੱਥੇ ਰੋਟੀ ਹੁੰਦੀ ਹੈ। ਸਲਾਨੋ ਕਾਊਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਆ। ਤੁਸੀਂ ਵੀ ਆਪਣੇ ਖੁਸ਼ੀ ਦੇ ਮੌਕੇ ਦੇ ਲਈ ਕਿਸੇ ਹਾਲ ਦੀ ਭਾਲ ਦੇ ਵਿੱਚੋਂ ਤਾਂ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ ਕਮਲ ਹੁਣਾਂ ਨੂੰ ਕਾਲ ਕਰੋ 707-474-7003 707-474-7003 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਹੜਾ ਹਰੀਕੇਨ ਮਾਈਕਲ ਆ ਉਹ ਕਹਿੰਦੇ ਵੀ ਹੁਣ ਕੈਟਾਗਰੀ 4 ਬਣ ਗਿਆ ਆ, ਅਤੇ ਜਿਹਦੇ ਨਾਲ ਕਾਫੀ ਜਿਹੜਾ ਖਤਰੇ ਵਾਲਾ ਮਾਹੌਲ ਬਣਿਆ ਹੋਇਆ ਫਲੋਰੀਡਾ ਦੇ ਵਿੱਚ। 3,75,000 ਲੋਕਾਂ ਨੂੰ ਜਿਹੜਾ ਆ ਮੈਂਡੇਟਰੀ ਅਵੈਕੂਏਸ਼ਨ ਦੇ ਲਈ ਆਰਡਰ ਕਰ ਦਿੱਤਾ ਗਿਆ ਲੋਕਲ ਅਥਾਰਟੀਜ਼ ਵੱਲੋਂ। ਅਤੇ ਕਹਿੰਦੇ ਪਈ ਇਹਦੇ ਨਾਲ ਜਿਹੜਾ ਆ ਮੀਂਹ ਬਹੁਤ ਹੀ ਜ਼ਿਆਦਾ ਜਿਹੜਾ ਪੈ ਰਿਹਾ, ਅਤੇ ਫਲੱਡ ਆਉਣ ਦੇ ਜਿਹੜੇ ਪੂਰੇ ਚਾਂਸ ਬਣੇ ਹੋਏ ਆ ਜੀ। ਕਾਫੀ ਖਤਰਨਾਕ ਜਿਹੜੀ ਸਿਚੁਏਸ਼ਨ ਇਸ ਟਾਈਮ ਹੋ ਚੁੱਕੀ ਆ। ਫਲੋਰੀਡਾ ਦਾ ਇਲਾਕਾ ਜਿਹੜਾ ਪੈਨ ਹੈਂਡਲ ਦਾ ਆ, ਉੱਥੇ ਜਿਹੜਾ ਆ ਇਹ ਹਰੀਕੇਨ ਹਿੱਟ ਕਰੂਗਾ। ਅੱਜ ਤੋਂ 2 ਦਿਨ ਪਹਿਲਾਂ ਇੱਕ ਰੈਗੂਲਰ ਟ੍ਰੋਪੀਕਲ ਸਟੋਰਮ ਸੀਗਾ, ਪਰ ਹੌਲੀ ਹੌਲੀ ਜਿਹੜੀਆਂ ਇਹਦੀਆਂ ਕੈਟੇਗਰੀਜ਼ ਜਿਹੜੀਆਂ ਵੱਧਦੀਆਂ ਗਈਆਂ, ਇਹ ਜ਼ਿਆਦਾ ਪਾਣੀ ਇੱਕ ਹਿਸਾਬ ਦੇ ਨਾਲ ਆਪਣੇ ਵਿੱਚ ਇਕੱਠਾ ਕਰਦਾ ਹੋਇਆ ਹੋਰ ਤੇਜ਼ ਰਫ਼ਤਾਰ ਹਵਾਵਾਂ ਦੇ ਨਾਲ ਜਿਹੜਾ ਫਲੋਰੀਡਾ ਦੇ ਤੱਟ ਦੇ ਉੱਤੇ ਪੈਨ ਹੈਂਡਲ ਇਲਾਕੇ ਦੇ ਉੱਤੇ ਜਿਹੜਾ ਇਹ ਮਾਰ ਕਰੂਗਾ। ਆਲਰੇਡੀ ਜਿਹੜੀ ਉਸ ਦਾ ਅਸਰ ਤੇਜ਼ ਹਵਾਵਾਂ ਅਤੇ ਪਾਣੀ ਦੀਆਂ ਛੱਲਾਂ ਜਿਹੜੀਆਂ ਆ ਉਸ ਇਲਾਕੇ ਦੇ ਵਿੱਚ ਵੱਧ ਕੇ ਆ ਰਹੀਆਂ ਆ। ਅਤੇ ਇਹਦੇ ਕਰਕੇ ਹਰਜੋਤ ਸਿੰਘ ਜੀ ਆਲਰੇਡੀ ਜਿਹੜੇ ਗਵਰਨਰ ਹੈਗੇ ਨੇ, ਇਨਫੈਕਟ ਇਹਦੇ ਨਾਲ ਲੱਗਦੇ ਜਿਹੜੇ ਸੂਬੇ ਜਿਹੜੇ ਆ, ਨਾਰਥ ਕੈਰੋਲੀਨਾ ਦੇ ਗਵਰਨਰ ਰੋਏ ਕੂਪਰ, ਉਹਨਾਂ ਨੇ ਉੱਧਰ ਸਟੇਟ ਆਫ ਐਮਰਜੈਂਸੀ ਜਿਹੜੀ ਆਲਰੇਡੀ ਡਿਕਲੇਅਰ ਕਰ ਦਿੱਤੀ ਆ, ਕਿਉਂਕਿ ਨਾਰਥ ਕੈਰੋਲੀਨਾ ਆਲਰੇਡੀ ਜਿਹੜੇ ਅਜੇ ਅੱਜ ਤੋਂ ਕੁਛ ਹਫ਼ਤੇ ਪਹਿਲਾਂ ਆਏ ਹਰੀਕੇਨ ਆ ਉਸ ਦੀ ਮਾਰ ਹੇਠਾਂ ਆ, ਅਤੇ ਉਹਨਾਂ ਨੇ ਪਹਿਲਾਂ ਹੀ ਉੱਥੇ ਸਟੇਟ ਆਫ ਐਮਰਜੈਂਸੀ ਘੋਸ਼ਿਤ ਕੀਤੀ ਹੈ। ਜਿੱਦਾਂ ਤੁਸੀਂ ਦੱਸਿਆ, ਇੱਥੇ ਤਕਰੀਬਨ 4 ਲੱਖ ਲੋਕਾਂ ਨੂੰ ਫਲੋਰੀਡਾ ਦੇ ਵਿੱਚ ਮੈਂਡੇਟਰੀ ਇਵੈਕੂਏਸ਼ਨ, ਘਰੋਂ ਬਾਹਰ ਜਾਣ ਦੇ ਲਈ ਜਾਂ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੇ ਲਈ ਜਿਹੜਾ ਆ ਉਹ ਕਿਹਾ ਗਿਆ ਹੋਇਆ ਆ। ਸੋ ਕਹਿੰਦੇ ਵੀ ਜੇ ਅੰਤਰਿਕਸ਼ ਤੋਂ ਦੇਖਿਆ ਜਾਵੇ ਤਾਂ ਬਹੁਤ ਹੀ ਇੱਕ ਵਿਸ਼ਾਲ ਜਿਹੜਾ ਹਰੀਕੇਨ ਆ ਇਹ ਜਿਹੜਾ ਨਜ਼ਰ ਆ ਰਿਹਾ ਆ। ਕਈ 100 ਮਾਈਲਜ਼ ਜਿਹੜਾ ਵਾਈਡ ਜਿਹੜਾ ਉਹ ਦੇਖ ਰਿਹਾ ਵੀ ਜਿਹੜੀ ਸੈਂਟਰ ਆ, ਜਿਸ ਨੂੰ ਆਈ ਕਿਹਾ ਜਾਂਦਾ ਸਟੋਰਮ ਦੀ, ਉਹ ਬਹੁਤ ਤੇਜ਼ੀ ਦੇ ਨਾਲ ਫਲੋਰੀਡਾ ਵੱਲ ਨੂੰ ਜਿਹੜੀ ਆ ਇਸ ਟਾਈਮ ਵੱਧ ਰਹੀ ਆ। ਜਦੋਂ ਵੀ ਹਰੀਕੇਨਸ ਆਉਂਦੇ ਆ, ਜਦੋਂ ਐਡੀ ਵੱਡੀ ਕੈਟੇਗਰੀ ਦੇ ਹਰੀਕੇਨਸ ਆਉਂਦੇ ਆ, ਅਕਸਰ ਉਦੋਂ ਜਾਨੀ ਨੁਕਸਾਨ ਵੀ ਹੁੰਦਾ ਆ। ਮਾਲੀ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਆ, ਉਦੋਂ ਜਾਨੀ ਨੁਕਸਾਨ ਵੀ ਹੁੰਦਾ ਆ। ਫੀਮਾ ਦੇ ਐਡਮਿਨਿਸਟ੍ਰੇਟਰ ਵਿਲੀਅਮ ਬਰੌਕ ਲੌਂਗ ਜਿਹੜੇ ਆ ਉਹ ਕਹਿ ਰਹੇ ਆ, ਕਹਿੰਦੇ ਵੀ ਬਦਕਿਸਮਤੀ ਦੇ ਨਾਲ ਜਿਹੜਾ ਹਰੀਕੇਨ ਮਾਈਕਲ ਆ ਉਹ ਵਨ ਆਫ ਦਾ ਵਰਸਟ ਕਾਈਂਡ ਆ, ਬਹੁਤ ਹੀ ਭੈੜਾ ਆ ਅਤੇ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਆ ਉਹ ਕਰ ਸਕਦਾ ਆ। ਸੋ ਇਹ ਜਿਹੜੇ ਗਵਰਨਰ ਹੈਗੇ ਨੇ ਫਲੋਰੀਡਾ ਦੇ ਰਿਕ ਸਕਾਟ,
ਉਹਨਾਂ ਨੇ ਹੁਣ ਉਹਨਾਂ ਨੇ ਸਾਰਿਆਂ ਨੂੰ ਇਹੀ ਬੇਨਤੀ ਕੀਤੀ ਆ ਵੀ ਤੁਸੀਂ ਆਪਣੇ ਸੁਰੱਖਿਅਤ ਥਾਵਾਂ ਦੇ ਉੱਤੇ ਜਾਓ, ਰਿਫਿਊਜ ਜਿਹੜਾ ਆ ਉਹ ਤੁਸੀਂ ਲਓ ਹੋਰ ਥਾਵਾਂ ਦੇ ਉੱਤੇ ਜਾ ਕੇ, ਫਲੋਰੀਡਾ ਦੇ ਅੰਦਰ ਵਾਲੇ ਪਾਸੇ ਨੂੰ ਤੁਸੀਂ ਜਾ ਕੇ ਜਾਂ ਹੋਰ ਸੂਬਿਆਂ ਵੱਲ ਨੂੰ ਜਿਹੜਾ ਤੁਸੀਂ ਜਾ ਕੇ ਆਪਣੇ ਆਪ ਨੂੰ ਇੱਥੋਂ ਬਚਾਓ। ਜੀ, ਕਹਿੰਦੇ ਵੀ ਇੱਕ ਤਰ੍ਹਾਂ ਨਾਲ ਬਹੁਤ ਹੀ ਵਰਸਟ ਕਾਈਂਡ ਆਫ ਜਿਹੜਾ ਹਰੀਕੇਨ ਹੈਗਾ ਆ, ਇਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਮਾਲੀ ਨੁਕਸਾਨ ਹੋਣ ਦੇ ਚਾਂਸ ਹੈਗੇ ਆ। ਕੈਟਾਗਰੀ 1 ਤੋਂ ਇਹ ਸ਼ੁਰੂ ਹੋਇਆ ਸੀ, ਹੁਣ ਲਗਭਗ ਕੈਟਾਗਰੀ 4 ਜਿਹੜਾ ਬਣ ਗਿਆ। ਅਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਫਲੋਰੀਡਾ, ਅਲਬਾਮਾ, ਜਾਰਜੀਆ ਦੇ ਵਿੱਚ ਜਿਹੜੀ ਸਟੇਟ ਆਫ ਐਮਰਜੈਂਸੀ ਉਹ ਡਿਕਲੇਅਰ ਕਰ ਦਿੱਤੀ ਗਈ ਆ। ਜੀ ਬਿਲਕੁਲ। ਸੋ ਦੇਖਦੇ ਹਾਂ ਵੀ ਕਿਉਂਕਿ ਆਲਰੇਡੀ ਇਹਨੇ ਅੱਜ ਜਿਹੜੇ ਆ ਕਹਿੰਦੇ ਦੁਪਹਿਰ ਤਾਈਂ ਹਰੀਕੇਨ ਮਾਈਕਲ ਆ ਉਸਨੇ ਫਲੋਰੀਡਾ ਨੂੰ ਜਿਹੜਾ ਆ ਉਹ ਹਿੱਟ ਕਰ ਜਾਣਾ ਆ। ਸੋ ਕਹਿੰਦੇ ਵੀ ਪੈਨਾਮਾ ਸਿਟੀ ਉਹ ਵੀ ਇਸ ਦੇ ਰਾਹ ਦੇ ਵਿੱਚ ਹੀ ਜਿਹੜੀ ਉਹ ਆ ਰਹੀ ਆ, ਉਹ ਵੀ ਫਲੋਰੀਡਾ ਦੇ ਵਿੱਚ ਹੀ ਇੱਕ ਸ਼ਹਿਰ ਹੈਗਾ ਆ, ਬਿਲਕੁਲ ਤੱਟ ਦੇ ਉੱਤੇ ਹੀ ਆ। ਸੋ ਉਹ ਬਿਲਕੁਲ ਇਸ ਟਾਈਮ ਡੈਸੋਲੇਟ ਜਿਹੜਾ ਹੋਇਆ ਪਿਆ, ਲੋਕ ਉੱਥੋਂ ਛੱਡ ਕੇ ਜਿਹੜੇ ਜਾ ਰਹੇ ਨੇ। ਬਹੁਤ ਸਾਰੇ ਸੈਲਾਨੀ ਉੱਥੇ ਜਿਹੜੇ ਘੁੰਮਣ ਫਿਰਨ ਦੇ ਲਈ ਜਾਂਦੇ ਹੁੰਦੇ ਨੇ, ਉਹਨਾਂ ਨੇ ਆਪੋ ਆਪਣੀਆਂ ਵਕੇਸ਼ਨਸ ਨੂੰ ਕੱਟ ਸ਼ਾਰਟ ਕਰਕੇ ਵਾਪਸ ਆਪੋ ਆਪਣੇ ਘਰਾਂ ਨੂੰ ਜਾ ਰਹੇ ਨੇ। ਹੋਟਲ ਮੋਟਲਸ ਜਿਹੜੇ ਆ ਉੱਥੇ ਖਾਲੀ ਜਿਹੜੇ ਹੋ ਰਹੇ ਨੇ, ਬਿਲਕੁਲ ਵਾਟਰ ਫਰੰਟ ਦੇ ਉੱਤੇ ਹੀ, ਬਿਲਕੁਲ ਜਿਹੜੇ ਸਮੁੰਦਰ ਦੇ ਤੱਟ ਦੇ ਉੱਤੇ ਹੀ ਇਹ ਜਿਹੜਾ ਸ਼ਹਿਰ ਹੈਗਾ ਆ। ਸੋ ਇਹ ਕੁਛ ਜਿਹੜਾ ਉੱਥੇ ਹੋ ਰਿਹਾ ਆ। ਇਹੀ ਉਮੀਦ ਕਰਦੇ ਹਾਂ ਵੀ ਨੁਕਸਾਨ ਜਿਹੜਾ ਆ ਉਹ ਉੱਥੇ ਘੱਟ ਹੋਵੇ ਅਤੇ ਲੋਕ ਪਹਿਲਾਂ ਹੀ ਆਪੋ ਆਪਣੇ ਜਿਹੜੇ ਸੁਰੱਖਿਅਤ ਥਾਵਾਂ ਦੇ ਉੱਤੇ ਜਿਹੜੇ ਆ ਉਹ ਪਹੁੰਚ ਜਾਣ। ਜੀ ਬਿਲਕੁਲ। ਸੋ ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜਾ ਆ ਲਾਈਫ ਥ੍ਰੈਟਨਿੰਗ ਹੈਗਾ ਆ। ਇਕੱਲਾ ਫਲੋਰੀਡਾ ਨਹੀਂ, ਹੋਰ ਵੀ ਆਲੇ ਦੁਆਲੇ ਦੀਆਂ ਸਟੇਟਾਂ ਜਿਹੜੀਆਂ ਆ ਉਹਨਾਂ ਦੇ ਉੱਤੇ ਇਹ ਕਾਫੀ ਵੱਡਾ ਜਿਹੜਾ ਅਸਰ ਕਰੇਗਾ। ਅਤੇ ਲੋਕ ਜਿਹੜੇ ਆ ਆਲਰੇਡੀ ਲੱਖਾਂ ਦੀ ਗਿਣਤੀ 'ਚ ਕਹਿੰਦੇ ਮੂਵ ਹੋਣੇ ਜਿਹੜੇ ਆ ਉੱਥੋਂ ਸ਼ੁਰੂ ਹੋ ਗਏ ਹੈਗੇ ਆ। ਅਤੇ ਇਸ ਤੋਂ ਅੱਗੇ ਆਪਾਂ ਚੱਲੀਏ ਅਗਲੀ ਖਬਰ ਵੱਲ। ਜੀ। ਅਤੇ ਜਿਹੜੀ ਮੈਕਸੀਨ ਵਾਟਰਸ ਆ, ਜਿਹੜੀ ਡੈਮੋਕ੍ਰੇਟਿਕ ਪਾਰਟੀ ਦੀ ਕਾਂਗਰਸ ਵੂਮਨ ਆ, ਉਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਪਿੱਛੇ ਜਿਹਾ ਬਿਆਨ ਦਿੱਤਾ ਸੀ ਵੀ ਜਿਹੜੇ ਲੈਫਟ ਵਿੰਗ ਐਕਟੀਵਿਸਟ ਹੈਗੇ ਆ ਉਹ ਇੱਕ ਤਰ੍ਹਾਂ ਨਾਲ ਜਿਹੜਾ ਹੁਣ ਧੱਕਾਸ਼ਾਹੀ ਦੇ ਉੱਤੇ ਉਤਰ ਆਏ ਹੋ ਆ। ਅਤੇ ਉਹਦੇ ਸੰਬੰਧ ਦੇ ਵਿੱਚ ਜਿਹੜੀ ਮੈਕਸੀਨ ਵਾਟਰਸ ਆ ਇਹ ਹਮੇਸ਼ਾ ਹੀ ਕੰਟਰੋਵਰਸੀ 'ਚ ਰਹੀ ਆ। ਆਪ ਵੀ ਇਹ ਕਈ ਵਾਰੀ ਜਿੱਦਾਂ ਪ੍ਰੋਟੈਸਟ ਕਰਦੀ ਰਹੀ ਆ। ਅਤੇ ਉਸਨੇ ਇਹ ਬਿਆਨ ਦਿੱਤਾ ਆ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਵੀ ਲੈਫਟ ਵਿੰਗ ਐਕਟੀਵਿਸਟ ਜਿਹੜੇ ਆ ਉਹ ਵਾਇਲੈਂਟ ਹੋ ਰਹੇ ਆ, ਪਰ ਤੁਸੀਂ ਖੁਦ ਜਿਹੜਾ ਆ ਮੌਬ ਪ੍ਰੋਟੈਸਟਰਸ ਦੇ ਪੋਸਟਰ ਪਾਏ ਹੋ। ਬਿਲਕੁਲ। ਸੋ ਸਭ ਨੂੰ ਪਤਾ ਹੈ ਵੀ ਰਾਸ਼ਟਰਪਤੀ ਟਰੰਪ ਜਿਹੜੇ ਆ ਰਾਈਟ ਵਿੰਗ ਹੈਗੇ ਨੇ, ਰਿਪਬਲਿਕਨ ਪਾਰਟੀ ਦੇ ਨਾਲ ਸੰਬੰਧਿਤ ਆ। ਸੋ ਆਪਾਂ ਦੇਖਿਆ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਰੀਸੈਂਟਲੀ ਹੁਣ ਇੱਕ ਅੱਜ ਤੋਂ ਸਾਲ ਪਹਿਲਾਂ ਜਿਹੜਾ ਸ਼ਾਰਲਟਸਵਿਲ ਦੇ ਵਿੱਚ ਘਟਨਾਕ੍ਰਮ ਵੀ ਵਾਪਰਿਆ ਸੀ, ਜਿੱਥੇ ਨਿਓ ਨਾਜ਼ੀਜ਼ ਆਲਟ ਰਾਈਟ ਵਾਲੇ ਜਿਹੜੇ ਉੱਥੇ ਪਹੁੰਚੇ ਹੋਏ ਸੀ, ਜਿੱਥੇ ਇੱਕ ਪ੍ਰੋਟੈਸਟਰ ਨੂੰ ਉਹਨਾਂ ਨੇ ਗੱਡੀ ਥੱਲੇ ਕੁਚਲ ਕੇ ਮਾਰ ਵੀ ਦਿੱਤਾ ਸੀ। ਉਹਨਾਂ ਦੇ ਜਿਹੜੇ ਕੁਛ ਲੋਕਾਂ ਨੂੰ ਹੁਣ ਰੀਸੈਂਟਲੀ ਇੰਡਾਈਟ ਕੀਤਾ ਗਿਆ, ਉਹਨਾਂ 'ਤੇ ਚਾਰਜਿਸ ਜਿਹੜੇ ਆ ਉਹ ਲਾਏ ਗਏ ਆ, ਦੋਸ਼ੀ ਉਸ ਦੇ ਵਿੱਚ ਉਹ ਸਾਬਤ ਹੋਏ ਆ। ਸੋ ਉਹ ਬਿਲਕੁਲ ਜਿਹੜੇ ਟਰੰਪ ਦੇ ਜਿਹੜੇ ਉਹ ਸਪੋਰਟਰ ਵੀ ਸੀਗੇ। ਅਤੇ ਉਦੋਂ ਰਾਸ਼ਟਰਪਤੀ ਟਰੰਪ ਨੇ ਸਾਰਾ ਘਟਨਾ ਚੱਕਰ ਹੋਣ ਤੋਂ ਬਾਅਦ 'ਚ ਇਹੀ ਬੋਲਿਆ ਸੀ ਵੀ ਜਿਸ ਪਾਸਿਓਂ ਲੋਕਾਂ ਨੂੰ ਜਿਹੜਾ ਆ ਕੁੱਟਿਆ ਮਾਰਿਆ ਗਿਆ, ਜਿਨ੍ਹਾਂ ਨੇ ਮਾਰਿਆ ਅਤੇ ਉਹਨਾਂ ਦੇ ਵਿੱਚ ਚੰਗੇ ਬੰਦੇ ਵੀ ਸੀਗੇ। ਸੋ ਇਸੇ ਲਈ ਕੁਛ ਇੱਦਾਂ ਦੀ ਜਿਹੜੀ ਇਹ ਗੱਲ ਜਿਹੜੀ ਰਹੀ ਆ। ਮੈਕਸੀਨ ਵਾਟਰਸ ਸ਼ੁਰੂ ਤੋਂ ਹੀ ਜਦੋਂ ਤੋਂ ਰਾਸ਼ਟਰਪਤੀ ਬਣੇ ਨੇ ਡੋਨਲਡ ਟਰੰਪ, ਉਹਨਾਂ ਦੇ ਜਿਹੜੇ ਇੱਕ ਕੱਟੜ ਵਿਰੋਧੀ ਅਤੇ ਆਲੋਚਕ ਦੇ ਤੌਰ ਦੇ ਉੱਤੇ ਜਿਹੜੇ ਆ ਉਹ ਰਹੇ ਨੇ। ਅਤੇ ਹੁਣ ਜਿਹੜਾ ਉਹਨਾਂ ਨੇ ਰੀਸੈਂਟਲੀ MSNBC ਦੇ ਉੱਤੇ ਇਹ ਜਿਹੜੀ ਜਾ ਕੇ ਗੱਲ ਆਖੀ ਆ ਵੀ ਕਹਿੰਦੇ ਵੀ ਇਹ ਤਾਂ ਹੁਣ ਜਿਹੜੇ ਮੌਬ ਪ੍ਰੋਟੈਸਟਰਸ ਆ ਉਹਨਾਂ ਦੇ ਇੱਕ ਹਿਸਾਬ ਦੇ ਨਾਲ ਬੜੇ ਚਹੇਤੇ ਜਿਹੜੇ ਆ ਉਹ ਬਣ ਚੁੱਕੇ ਨੇ, ਕਿਉਂਕਿ ਰੀਸੈਂਟਲੀ ਡੈਮੋਕ੍ਰੇਟ ਪਾਰਟੀ ਨੂੰ ਰਾਸ਼ਟਰਪਤੀ ਟਰੰਪ ਨੇ ਐਂਗਰੀ ਲੈਫਟ ਵਿੰਗ ਮੌਬ ਦੇ ਨਾਮ ਦੇ ਨਾਲ ਜਿਹੜਾ ਆ ਉਹ ਪੁਕਾਰਿਆ ਸੀਗਾ ਇੱਕ ਰੈਲੀ ਦੇ ਉੱਤੇ। ਸੋ ਇਹਦੇ ਨਾਲ ਇਹ ਜ਼ਰੂਰ ਹੈਗਾ ਹਰਜੋਤ ਸਿੰਘ ਜੀ ਵੀ ਮੈਕਸੀਨ ਵਾਟਰ ਅਕਸਰ ਸੁਰਖੀਆਂ ਦੇ ਵਿੱਚ ਹੁਣ ਰਹਿੰਦੀ ਆ। ਬਿਲਕੁਲ। ਪਿਛਲੇ ਸਮੇਂ ਮੈਕਸੀਨ ਵਾਟਰਸ ਨੇ ਇੱਕ ਤਰ੍ਹਾਂ ਨਾਲ ਇਹ ਕਿਹਾ ਸੀ ਵੀ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਪੂਰੀ ਪਬਲਿਕ ਦੇ ਵਿੱਚ ਜਿਹੜਾ ਆ ਹਰਾਸ ਕੀਤਾ ਜਾਵੇ, ਪ੍ਰੋਟੈਸਟ ਕੀਤਾ ਜਾਵੇ। ਅਤੇ ਉਹਦਾ ਜਿਹੜਾ ਇਹਦਾ ਕਾਫੀ ਜਿਹੜਾ ਵਿਰੋਧ ਹੋਇਆ ਸੀ, ਜਿਸ
ਹਿਸਾਬ ਦੇ ਨਾਲ ਹੁਣ ਉੱਥੇ ਲੈਕਚਰ ਕੀਤਾ ਸੀ ਇਕੱਠੇ ਹੋ ਕੇ। ਅਤੇ ਹੁਣ ਜਿੱਥੇ ਪ੍ਰੈਜ਼ੀਡੈਂਟ ਟਰੰਪ ਦੀ ਚੱਲ ਰਹੀ ਸੀ ਰੈਲੀ, ਉਹਦੇ ਵਿੱਚ ਜਿਹੜੇ ਬਹੁਤ ਸਾਰੇ ਕਹਿੰਦੇ ਵੀ ਨਾਅਰੇ ਲੱਗੇ ਸੈਨੇਟਰ ਡਾਇਨ ਫਾਈਨਸਟਾਈਨ ਦੇ ਅਗੇਂਸਟ ਲੌਕ ਹਰ ਅਪ। ਸੋ ਅਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਆ ਵੀ ਹੁਣ ਨਵੰਬਰ ਦੇ ਵਿੱਚ ਇਲੈਕਸ਼ਨ ਆ ਰਹੀਆਂ ਹੈਗੀਆਂ ਅਤੇ ਇੱਕੋ ਇੱਕ ਤਰੀਕਾ ਹੈਗਾ ਵੀ ਤੁਸੀਂ ਜਿਹੜੇ ਆ ਰਿਪਬਲਿਕਨ ਪਾਰਟੀ ਦੇ ਜਿਹੜੇ ਕੈਂਡੀਡੇਟਸ ਆ ਉਹਨਾਂ ਨੂੰ ਵੋਟਾਂ ਪਾਓ। ਅਤੇ ਦੂਸਰੇ ਪਾਸੇ ਜਿਹੜੀ ਮੈਕਸੀਨ ਵਾਟਰਸ ਆ ਉਹ ਕਹਿੰਦੀ ਆ ਵੀ ਨਵੰਬਰ 6 ਤੋਂ ਬਾਅਦ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੂੰ ਹੁਣ ਪਤਾ ਲੱਗ ਜਾਣਾ, ਕਿਉਂਕਿ ਜਿਹੜੀ ਡੈਮੋਕ੍ਰੇਟਿਕ ਪਾਰਟੀ ਆ ਉਹ ਬਹੁਤ ਜ਼ਿਆਦਾ ਐਕਟਿਵ ਹੋਈ ਹੈਗੀ ਆ। ਸੋ ਜੇ ਐਕਟੀਵਿਟੀ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਜਦੋਂ ਤੋਂ ਜੱਜ ਕੈਵਨਾ ਆ ਉਹਨਾਂ ਦੀ ਕਨਫਰਮੇਸ਼ਨ ਹੋਈ ਆ ਅਤੇ ਜਿਹੜੇ ਡੈਮੋਕਰੇਟਸ ਆ ਉਹ ਕਹਿੰਦੇ ਵੀ ਜ਼ਿਆਦਾ ਐਕਟਿਵ ਹੋਏ ਆ GOP ਨਾਲੋਂ। 46% ਦੇ ਕਰੀਬ ਕਹਿੰਦੇ ਆ ਵੀ ਸੈਨੇਟ ਨੇ ਜਿਹੜਾ ਇਹ ਡਿਸੀਜਨ ਬਣਾਇਆ ਹੈਗਾ ਆ ਉਹ ਰੋਂਗ ਬਣਾਇਆ ਹੈਗਾ ਆ। ਜੀ ਬਿਲਕੁਲ। ਸੋ ਹਰ ਇੱਕ ਪਾਸੇ ਕੋਈ ਖੁਸ਼ ਆ, ਕੋਈ ਨਿਰਾਸ਼ ਆ, ਅਤੇ ਪਰ ਇਹ ਇੱਕ ਪ੍ਰੋਸੈਸ ਆ ਜਿਸ ਪ੍ਰੋਸੈਸ ਦੇ ਵਿੱਚੋਂ ਬ੍ਰੈਟ ਕੈਵਨਾ ਲੰਘ ਕੇ ਗਏ ਨੇ। ਜ਼ਰੂਰ ਬਹੁਤੇ ਜਿਹੜੇ ਖਾਸ ਕਰਕੇ ਉਹਨਾਂ ਦੇ ਵਿਰੋਧੀ ਸੀਗੇ ਉਹ ਤਾਂ ਨਿਰਾਸ਼ ਹੋਣੇ ਹੀ ਸੀਗੇ ਉਹਨਾਂ ਨੇ ਵੀ ਇਹ ਚੀਜ਼ ਜਿਹੜੀ ਹੈ ਕਿੱਦਾਂ ਬਣੀ। ਸੋ ਦੇਖਦੇ ਹਾਂ ਕੀ ਹੁੰਦਾ ਆ ਇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੀ ਬਣਦਾ ਆ, ਕਿੱਦਾਂ ਦੇ ਕੇਸਿਸ ਜਿਹੜੇ ਉਹਨਾਂ ਦੇ ਸਾਹਮਣੇ ਜਿਹੜੇ ਆ ਆਉਣਗੇ ਅਤੇ ਕਿੱਦਾਂ ਦੇ ਡਿਸੀਜਨ, ਕਿਉਂਕਿ ਖਾਸ ਕਰਕੇ ਜਿਹੇ ਕਿਉਂਕਿ ਇੰਨਾ ਵਿਵਾਦ ਜਦੋਂ ਗ੍ਰਸਤ ਰਹੇ ਹੋਣ ਜਿਨ੍ਹਾਂ ਦਾ ਪੂਰਾ ਪ੍ਰੋਸੈਸ, ਤਾਂ ਉਹਨਾਂ ਦੇ ਹੁਣ ਫੈਸਲਿਆਂ ਦੇ ਉੱਤੇ ਜ਼ਰੂਰ ਇੱਕ ਤਿਰਛੀ ਨਜ਼ਰ ਜਿਹੜੀ ਸਾਰਿਆਂ ਦੇ ਵੱਲੋਂ ਰੱਖੀ ਜਾਊਗੀ ਅਤੇ ਧਿਆਨ ਰੱਖਣਗੇ ਵੀ ਕਿਸ ਤਰੀਕੇ ਦੇ ਨਾਲ ਉਹ ਸਾਰਾ ਕੁਛ ਕਰਨਗੇ। ਸੋ ਜਿਹੜੇ ਉੱਥੇ ਸਭ ਨੂੰ ਯਾਦ ਹੋਵੇਗਾ ਮਰਕੋਸਕੀ ਜਿਹੜੇ ਅਲਾਸਕਾ ਦੇ ਸੈਨੇਟਰ ਆ, ਜਿਹੜੇ ਰਾਈਟ ਇਨ ਕੈਂਪੇਨ ਦੇ ਵਿੱਚ ਉੱਥੇ ਸੈਨੇਟਰ ਬਣੇ ਸੀਗੇ ਅਤੇ ਉਹਨਾਂ ਨੇ ਇਹਨਾਂ ਦੇ ਅਗੇਂਸਟ ਜਿਹੜੀ ਉਹ ਵੋਟ ਜ਼ਰੂਰ ਪਾਈ ਸੀਗੀ। ਅਤੇ ਕਹਿੰਦੇ ਵੀ ਬਹੁਤ ਸਾਰੇ ਲੋਕ ਕਹਿਣ ਲੱਗੇ ਵੀ ਹੁਣ ਸ਼ਾਇਦ ਇਹ ਉੱਥੋਂ ਇਲੈਕਸ਼ਨ ਹਾਰ ਜਾਣਗੇ, ਪਰ ਲੱਗਦਾ ਇਸ ਤਰੀਕੇ ਦੇ ਨਾਲ ਆ ਵੀ ਮਰਕੋਸਕੀ ਨੂੰ ਜਿਹੜਾ ਅਲਾਸਕਾ ਦੇ ਵਿੱਚ ਕਿਸੇ ਤਰੀਕੇ ਦਾ ਜਿਹੜਾ ਕੋਈ ਖਤਰਾ ਹੈਗਾ ਨਹੀਂ ਆ। ਸੋ ਇਹ ਜਿਹੜੀ ਦੇਖਣ ਵਾਲੀ ਗੱਲ ਰਹੂਗੀ। ਸਭ ਨੂੰ ਯਾਦ ਹੋਵੇਗਾ, ਜੇ ਯਾਦ ਕਰਾਉਂਦੇ ਜਾਈਏ ਵੀ ਜਿਹੜੇ ਮਰਕੋਸਕੀ ਰਹੇ ਨੇ, ਲੀਜ਼ਾ ਮਰਕੋਸਕੀ ਸੈਨੇਟਰ ਆ ਜਿਹੜੇ ਅਲਾਸਕਾ ਤੋਂ, ਉਹ ਕਿਸੇ ਪਾਰਟੀ ਦੇ ਵੱਲੋਂ ਉਸ ਟਾਈਮ 'ਤੇ ਖੜ੍ਹੇ ਨਹੀਂ ਸੀ। ਹਾਂ, ਉਹਨਾਂ ਦੀਆਂ ਜਿਹੜੇ ਵਿਊਜ਼ ਆ ਉਹ ਰਿਪਬਲਿਕਨ ਪਾਰਟੀ ਦੇ ਵੱਲ ਨੂੰ ਜਿਹੜੇ ਡੈਫੀਨੇਟਲੀ ਹੈਗੇ ਆ, ਪਰ ਫਿਰ ਵੀ ਉਹਨਾਂ ਨੇ ਵਿੱਚ ਜਿਹੜੇ ਬ੍ਰੈਟ ਕੈਵਨਾ ਆ ਉਹਨਾਂ ਦੇ ਅਗੇਂਸਟ ਜਿਹੜੀ ਉਹ ਵੋਟ ਪਾਈ ਸੀ। ਅਤੇ ਜਿੱਦਾਂ ਉਦੋਂ ਵੀ ਕਿਹਾ ਜਾ ਰਿਹਾ ਸੀ, ਕਹਿੰਦੇ ਵੀ ਜਿਹੜੀ ਲੀਜ਼ਾ ਮਰਕੋਸਕੀ ਹੈਗੀ ਆ ਉਹਨੂੰ ਕਿਸੇ ਇਹ ਰਿਪਬਲਿਕਨ ਪਾਰਟੀ ਦੀ ਕੋਈ ਦੇਣਦਾਰ ਨਹੀਂ ਆ, ਕਿਉਂਕਿ ਉਹ ਰਾਈਟ ਇਨ ਕੈਂਪੇਨ ਦੇ ਵਿੱਚ ਉਹ ਖੁਦ ਆਪਣੇ ਬਲਬੂਤੇ ਦੇ ਉੱਤੇ ਜਿੱਤੀ ਸੀਗੀ। ਉਧਰ ਮਿਚ ਮੈਕੋਨਲ ਵੀ ਉੱਦਾਂ ਇਹੀ ਹੁਣ ਗੱਲ ਜਿਹੜੇ ਉਹ ਕਹਿ ਰਹੇ ਆ, ਉਹਨਾਂ ਨੇ ਡਿਫੈਂਡ ਜਿਹੜਾ ਉਹ ਜ਼ਰੂਰ ਕੀਤਾ ਆ ਸੈਨੇਟਰ ਲੀਜ਼ਾ ਮਰਕੋਸਕੀ ਨੂੰ। ਅਤੇ ਕਿਉਂਕਿ ਕੰਜ਼ਰਵੇਟਿਵ ਜਿਹੜੇ ਹਲਕਿਆਂ ਦੇ ਵਿੱਚੋਂ ਉਹਨਾਂ ਦੇ ਉੱਤੇ ਕਾਫੀ ਬੈਕਲੈਸ਼ ਸੀਗੀ, ਕਿਉਂਕਿ ਉਹਨਾਂ ਨੇ ਬ੍ਰੈਟ ਕੈਵਨਾ ਦੇ GOP ਦੇ ਉਲਟ ਜਾਂਦੇ ਹੋਏ ਜਿਹੜੀ ਆ ਉਹ ਵੋਟ ਪਾਈ ਸੀਗੀ। ਸੋ ਇਹ ਜਿਹੜਾ ਉਹ ਦੱਸਦੇ ਜਾਈਏ। ਸੋ ਨਾਲ ਹੀ ਇਹ ਵੀ ਦੱਸਣ ਵਾਲੀ ਗੱਲ ਆ ਵੀ ਜਿਹੜੇ ਇਸ ਤੋਂ ਪਹਿਲੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਰਾਸ਼ਟਰਪਤੀ ਟਰੰਪ ਨੇ ਨੋਮੀਨੇਟ ਕੀਤੇ ਸੀਗੇ, ਨੀਲ ਗੌਰਸਚ, ਉਹਨਾਂ ਨੂੰ ਜਿਹੜੇ ਲੀਜ਼ਾ ਮਰਕੋਸਕੀ ਆ ਉਹਨਾਂ ਨੇ ਬੈਕ ਕੀਤਾ ਸੀ, ਉਹਨਾਂ ਦਾ ਸਾਥ ਦਿੱਤਾ ਸੀਗਾ। ਜੀ, ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਹੁਣ EPA ਜਿਹੜੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਹੈਗੀ ਆ ਉਹਨੂੰ ਡਾਇਰੈਕਟ ਕਰ ਦਿੱਤਾ ਆ ਵੀ ਹੁਣ ਤੁਸੀਂ ਜਿਹੜੀ ਐਥਨੋਲ ਗੈਸ ਹੈਗੀ ਆ E15 ਉਹ ਪੂਰਾ ਸਾਲ ਵੇਚ ਸਕਦੇ ਹੋ। ਪਹਿਲਾਂ ਇਹ ਜਿਹੜੀ ਗੈਸ ਹੈਗੀ ਆ ਇਹ ਸਮਰ ਦੇ ਜਿਹੜੇ ਮੰਥ ਹੁੰਦੇ ਹੈਗੇ ਗਰਮੀਆਂ ਵਾਲੇ, ਉਹਨਾਂ ਦੇ ਵਿੱਚ ਇਹਨੂੰ ਜਿਹੜਾ ਸਟਾਪ ਕਰ ਦਿੱਤਾ ਜਾਂਦਾ ਹੈ, ਕਿਉਂਕਿ ਇਹਦੇ ਨਾਲ ਪੋਲੂਸ਼ਨ ਦਾ ਕੰਸਰਨ ਸੀ। ਅਤੇ ਇਹਦੇ ਸੰਬੰਧ ਦੇ ਵਿੱਚ ਹੁਣ ਬਹੁਤ ਸਾਰੀਆਂ ਜਿਹੜੀਆਂ ਆਇਲ ਇੰਡਸਟਰੀ ਗ੍ਰੀਨ ਗਰੁੱਪ ਜਿਹੜੇ ਆ ਉਹ ਇਕੱਠੇ ਹੋ ਕੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਉਲਟ ਇਕੱਠੇ ਹੋਏ ਹੈਗੇ ਆ। ਉਹ ਕਹਿੰਦੇ ਆ ਵੀ ਇਹ ਜਿਹੜਾ ਡਿਸੀਜਨ ਹੈਗਾ ਆ ਐਥਨੋਲ ਨੂੰ ਸੈਲ ਕਰਨ ਦਾ ਸਾਰਾ ਸਾਲ, ਇਹ ਸਹੀ ਨਹੀਂ ਹੈਗਾ, ਐਨਵਾਇਰਮੈਂਟਲੀ ਇਹ ਜਿਹੜਾ ਆ ਗੁੱਡ ਨਹੀਂ ਹੈਗਾ। ਇਹ ਤਾਂ ਹੁਣ ਸਮਾਂ ਦੱਸੂਗਾ ਵੀ ਕੀ ਬਣੂਗਾ। ਮੈਨੂੰ ਲੱਗਦਾ ਉਹਨਾਂ ਦੀ ਫਿਰ ਲੌਬੀ ਸਟਰੋਂਗ ਆ ਜਾਂ ਰਾਸ਼ਟਰਪਤੀ ਟਰੰਪ ਦੇ ਉਹ ਨਜ਼ਦੀਕ ਨੇ, ਜਿਸ ਕਰਕੇ ਉਹ ਇਸ ਚੀਜ਼ ਨੂੰ ਅਪਰੂਵ ਕਰਾਉਣ ਦੇ ਵਿੱਚ ਕਾਮਯਾਬ ਹੋ ਰਹੇ ਨੇ। ਮੈਂ ਹੈਰਾਨ ਆ ਵੀ ਆਇਲ ਇੰਡਸਟਰੀ ਵਾਲੇ ਵੀ ਇਸ ਚੀਜ਼ ਦੇ ਖਿਲਾਫ ਇਸ ਲਈ ਵੀ ਹੋਏ ਆ ਕਿਉਂਕਿ ਉਹਨਾਂ ਦੀ ਵਿਕਰੀ ਜਿਹੜੀ ਉਹ ਘਟੂਗੀ। ਐਥਨੋਲ ਆਈ ਥਿੰਕ ਥੋੜ੍ਹੀ ਸਸਤੀ ਹੁੰਦੀ ਆ ਜਿਹੜੀ ਆ ਗੈਸ ਦੇ ਨਾਲੋਂ, ਰੈਗੂਲਰ ਗੈਸ ਦੇ ਨਾਲੋਂ, ਅਤੇ ਆਇਲ ਇੰਡਸਟਰੀ ਨੂੰ ਇਹ ਲੱਗ ਰਿਹਾ ਵੀ ਸਾਡਾ ਜਿਹੜਾ ਮੁਨਾਫਾ ਆ ਇਸ ਚੀਜ਼ ਦੇ ਵਿੱਚ ਘੱਟ ਸਕਦਾ ਆ। ਜੀ,
ਅਗਲੀ ਜਿਹੜੀਆਂ ਆਪਾਂ ਖਬਰਾਂ ਉਸ ਦੇ ਵੱਲ ਜਿਹੜਾ ਆਪਾਂ ਵੱਧਦੇ ਹਾਂ, ਹਰਜੋਤ ਸਿੰਘ ਜੀ, ਕਾਫੀ ਕੁਛ ਜਿਹੜਾ ਅੱਜ ਆਪਾਂ, ਕਿਉਂਕਿ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਵੀ ਜਿਹੜਾ ਉਹ ਦੱਸਣਾ ਆ, ਸੋ ਆਪਾਂ ਪਹਿਲਾਂ ਹੀ ਆਪਣੇ ਸਾਰੇ ਸਰੋਤਿਆਂ ਨੂੰ ਬੇਨਤੀ ਕਰਦੇ ਹੋਏ ਜਾਂਦੇ ਹਾਂ ਵੀ ਉਦੋਂ ਜਿਹੜਾ ਜ਼ਰੂਰ ਧਿਆਨ ਦੇ ਨਾਲ ਸੁਣਿਓ ਵੀ ਇਮੀਗ੍ਰੇਸ਼ਨ ਦੇ ਉੱਤੇ ਕੀ ਕੁਛ ਚੱਲ ਰਿਹਾ ਆ। ਅਤੇ ਜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਜਾਈਏ ਤਾਂ ਸਾਊਦੀ ਅਰੇਬੀਆ ਦਾ ਜਿਹੜਾ ਕੱਟੜ ਇੱਕ ਆਲੋਚਕ ਪੱਤਰਕਾਰ, ਉਸ ਦੇ ਗਾਇਬ ਹੋਣ ਦੇ ਉੱਤੇ, ਉਸ ਦੇ ਤਾਂ ਕਈ ਜਗ੍ਹਾ ਦੇ ਉੱਤੇ ਇਹ ਵੀ ਕਥਿਤ ਖਬਰਾਂ ਨੇ ਵੀ ਉਸ ਦੀ ਜਿਹੜੀ ਉਹ ਮੌਤ ਵੀ ਹੋ ਗਈ ਆ। ਖਸ਼ੋਗੀ ਨਾਂ ਦਾ ਜਿਹੜਾ, ਜਮਾਲ ਖਸ਼ੋਗੀ ਨਾਂ ਦਾ ਜਿਹੜਾ ਇਹ ਪੱਤਰਕਾਰ ਆ, ਜੋ ਕਿ ਟਰਕੀ ਦੀ ਇੱਕ ਕੁੜੀ ਦੇ ਨਾਲ ਵਿਆਹ ਕਰਾਉਣ ਦੇ ਲਈ ਸਾਊਦੀ ਅਰੇਬੀਆ ਦੇ ਕੌਂਸਲੇਟ ਦੇ ਵਿੱਚ ਗਿਆ ਸੀਗਾ, ਅੰਬੈਸੀ ਦੇ ਵਿੱਚ ਜਿਹੜੀ ਉਹਨਾਂ ਦੀ ਗਿਆ ਸੀ, ਅਤੇ ਉਸ ਤੋਂ ਬਾਅਦ 'ਚ ਮੁੜ ਕੇ ਵਾਪਸ ਨਹੀਂ ਆਇਆ। ਉੱਧਰ ਅੱਜ ਇੱਕ ਨਵੀਂ ਵੀਡੀਓ ਫੁਟੇਜ ਜਿਹੜੀ ਜਾਰੀ ਹੋਈ ਆ, ਜਿਸ ਦੇ ਵਿੱਚ ਕਹਿੰਦੇ ਵੀ 15 ਮੈਂਬਰ ਦੀ ਇੱਕ ਸਾਊਦੀ ਟੀਮ ਜਿਹੜੀ ਆ ਉਹਦੇ ਉੱਤੇ ਲੋਕਾਂ ਨੂੰ ਹੁਣ ਸ਼ੱਕ ਹੈਗਾ ਆ ਵੀ ਇਹ ਇੱਕ ਹਿਟਮੈਨ ਕਰੂ ਸੀਗਾ, ਜਿਹੜੇ ਕਿ ਜਿਨ੍ਹਾਂ ਦਾ ਕੰਮ ਹੀ ਅਜਿਹਾ ਕੰਮ ਕਰਨਾ ਆ। ਉੱਧਰ ਸਾਊਦੀ ਅਰੇਬੀਆ ਨੇ ਇਹ ਹੁਣ ਟਰਕੀ ਨੂੰ ਖੁੱਲ੍ਹ ਦਿੱਤੀ ਆ ਵੀ ਤੁਸੀਂ ਆਓ, ਸਾਡੇ ਕੌਂਸਲੇਟ ਦੀ ਤੁਸੀਂ ਤਲਾਸ਼ੀ ਲਓ, ਅਤੇ ਜੇ ਤੁਹਾਨੂੰ ਉੱਧਰੋਂ ਕੋਈ ਸੁਰਾਗ ਲੱਭਦਾ ਹੈ ਤਾਂ ਅਸੀਂ ਤੁਹਾਡੀ ਜਮਾਲ ਖਸ਼ੋਗੀ ਨੂੰ ਲੱਭਣ ਦੇ ਵਿੱਚ ਮਦਦ ਕਰਾਂਗੇ। ਪਰ ਸਭ ਨੂੰ ਪਤਾ ਹੈ ਵੀ ਜੇ ਇੰਨੇ ਦਿਨਾਂ ਦਾ ਉਹ 2 ਅਕਤੂਬਰ ਦਾ ਜਿਹੜਾ ਆ ਉਹ ਗਾਇਬ ਹੋਇਆ ਆ, ਤਾਂ ਅੰਦਰ ਲੋਕੇ ਤਾਂ ਉੱਥੇ ਬੈਠਾ ਨਹੀਂ ਹੋਣਾ, ਜਾਂ ਤਾਂ ਉਹਨੂੰ ਜਿਹੜੀ ਉਹ ਹਿਟਮੈਨ ਕਰੂ ਵਾਲੇ ਆ ਉਹ ਚੱਕ ਕੇ ਲੈ ਗਏ ਹੋਣਗੇ, ਜਾਂ ਕੁਛ ਜਿਹੜਾ ਆ ਕੁਛ ਨਾ ਕੁਛ ਉਲਟਾ ਪੁਲਟਾ ਜਿਹੜਾ ਜ਼ਰੂਰ ਹੋਇਆ ਆ। ਅਤੇ ਲੋਕਾਂ ਨੂੰ ਇਹ ਵੀ ਸ਼ੱਕ ਆ, ਕਹਿੰਦੇ ਵੀ ਜਿੱਦਾਂ ਹੀ ਇਹ ਟੀਮ ਉਸ ਕੌਂਸਲੇਟ ਦੇ ਵਿੱਚ ਜਾਂਦੀ ਆ, ਉਸ ਤੋਂ ਥੋੜ੍ਹੇ ਚਿਰ ਬਾਅਦ ਇੱਕ ਕਾਲੀ ਵੱਡੀ ਵੈਨ ਉੱਥੋਂ ਨਿਕਲਦੀ ਆ, ਅਤੇ ਸਭ ਨੂੰ ਸ਼ੱਕ ਆ ਵੀ ਉਸ ਦੇ ਵਿੱਚ ਹੀ ਜਿਹੜੇ ਆ ਉਸ ਨੂੰ ਗਾਇਬ ਕਰਕੇ ਉੱਧਰ ਲੈ ਲਿਆ ਗਿਆ ਆ। ਇਹ ਜਮਾਲ ਖਸ਼ੋਗੀ ਜਿੱਦਾਂ ਦੱਸਿਆ ਵੀ ਟਰਕੀ ਦੀ ਇੱਕ ਕੁੜੀ ਦੇ ਨਾਲ ਵਿਆਹ ਕਰਾਉਣ ਜਾ ਰਿਹਾ ਸੀਗਾ, ਫਿਆਂਸੇ ਸੀਗੀ, ਜਿਸ ਨੇ ਬਾਅਦ ਦੇ ਵਿੱਚ ਰੌਲਾ ਪਾਇਆ ਵੀ ਇਹ ਮੇਰਾ ਜਿਹੜਾ ਫਿਆਂਸੇ ਆ ਉਹ ਲੱਭ ਨਹੀਂ ਰਿਹਾ, ਵੀ ਇਹ ਉਦੋਂ ਗਿਆ ਸੀਗਾ ਸਾਊਦੀ ਅਰੇਬੀਆ ਦੀ ਕੌਂਸਲੇਟ ਦੇ ਵਿੱਚ, ਅਤੇ ਉਹ ਮੈਰਿਜ ਸਰਟੀਫਿਕੇਟ ਸੀ ਜਾਂ ਮੈਰਿਜ ਦੇ ਬਾਬਤ ਹੀ ਕਾਗਜ਼ ਪੱਤਰ ਉੱਥੇ ਕੌਂਸਲੇਟ 'ਚ ਲੈਣ ਗਿਆ ਹੋਇਆ ਸੀਗਾ। ਸੋ ਕਿਉਂਕਿ ਆਪਾਂ ਤੁਸੀਂ ਜਿੱਦਾਂ ਕੱਲ੍ਹ ਵੀ ਦੱਸਿਆ ਸੀਗਾ ਵੀ ਕੈਨੇਡਾ ਦੇ ਨਾਲ ਤਾਂ ਇਹਨਾਂ ਨੇ ਆਪਣੇ ਦੇਖੋ ਅੰਤਰਰਾਸ਼ਟਰੀ ਸੰਬੰਧਾਂ ਦੇ ਵਿੱਚ ਜਿਹੜਾ ਉਹ ਖਲਲ ਪਾ ਲਈ ਸੀ, ਕਿਉਂਕਿ ਉੱਥੋਂ ਦੀ ਇੱਕ ਜਿਹੜੀ ਪੱਤਰਕਾਰ ਆ ਉਹ ਥੋੜ੍ਹੀ ਕ੍ਰਿਟਿਕ ਸੀਗੀ ਸਾਊਦੀ ਅਰੇਬੀਆ ਕਿੰਗਡਮ ਦੀ। ਸੋ ਇਸੇ ਤਰੀਕੇ ਦੇ ਨਾਲ ਜਿਹੜਾ ਜਮਾਲ ਖਸ਼ੋਗੀ ਦੇ ਨਾਲ ਇੱਦਾਂ ਦਾ ਇਹ ਹੋਇਆ ਆ। ਸੋ ਲੈਟਸ ਸੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਭਦਾ ਆ, ਕੀ ਖਸ਼ੋਗੀ ਦੇ ਬਾਰੇ ਜਿਹੜੀ ਆ ਉਹ ਹੋਰ ਜਾਣਕਾਰੀ ਨਿਕਲ ਕੇ ਆਊਗੀ। ਕਈ ਟਰਕਿਸ਼ ਅਥਾਰਟੀ ਤਾਂ ਇਹੀ ਕਹਿ ਰਹੇ ਆ ਵੀ ਖਸ਼ੋਗੀ ਨੂੰ ਅੰਦਰੇ ਹੀ ਕੌਂਸਲੇਟ ਦੇ ਵਿੱਚ ਮਾਰ ਦਿੱਤਾ ਗਿਆ। ਜੀ ਬਿਲਕੁਲ। ਸੋ ਟਰਕੀ ਨੇ ਉਹਨਾਂ ਤੋਂ ਮੰਗਿਆ ਹੈਗਾ ਵੀ ਅਸੀਂ ਜਿਹੜਾ ਕੌਂਸਲੇਟ ਆ ਉਹਦੇ ਅੰਦਰ ਜਾ ਕੇ ਅਸੀਂ ਚੈੱਕ ਕਰਨਾ ਆ, ਉਹਦੇ ਲਈ ਮੇਰੇ ਖਿਆਲ ਨਾਲ ਉਹ ਐਗਰੀ ਵੀ ਹੋਏ ਹੈਗੇ ਆ। ਪਰ ਦੂਸਰੇ ਪਾਸੇ ਦੱਸਦੀ ਜਾਈਏ ਜਿਹੜੇ ਜਮਾਲ ਖਸ਼ੋਗੀ ਦੇ ਇਸ਼ੂ ਦੇ ਉੱਤੇ ਜਿਹੜਾ US ਗਵਰਨਮੈਂਟ ਆ ਉਹ ਵੀ ਕਾਫੀ ਅਪਸੈਟ ਹੈਗੀ ਆ। ਜਮਾਲ ਖਸ਼ੋਗੀ ਦੀ ਜਿਹੜੀ ਫਿਆਂਸੀ ਜਾਂ ਵਾਈਫ ਸੀ, ਉਸ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਰਿਕੁਐਸਟ ਕੀਤੀ ਆ ਵੀ ਤੁਹਾਨੂੰ ਜਿਹੜਾ ਆ ਇਸ ਮਾਮਲੇ ਦੇ ਵਿੱਚ ਇੰਟਰਫੀਅਰ ਕਰਨਾ ਚਾਹੀਦਾ ਆ। ਪਰ ਪੂਰੀ ਦੁਨੀਆ ਦੇ ਵਿੱਚ ਆਲਮੋਸਟ ਇਹੀ ਜਿਹੜੀ ਖਬਰ ਪਹੁੰਚ ਰਹੀ ਆ ਵੀ ਜਿਹੜਾ ਜਮਾਲ ਖਸ਼ੋਗੀ ਹੈਗਾ ਆ ਉਹਦਾ ਜਿਹੜਾ ਆ ਸਾਊਦੀ ਗਵਰਨਮੈਂਟ ਵੱਲੋਂ ਜਿਹੜਾ ਇੱਕ ਤਰ੍ਹਾਂ ਨਾਲ ਕਤਲ ਕਰ ਦਿੱਤਾ ਗਿਆ ਹੈਗਾ ਆ, ਕਿਉਂਕਿ ਉਹ ਬਹੁਤ ਹੀ ਜ਼ਿਆਦਾ ਉਹਨਾਂ ਦਾ ਕ੍ਰਿਟਿਕ ਸੀਗਾ। ਜੀ ਜੀ ਜੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਇਸ ਟਾਈਮ ਹਰਜੋਤ ਸਿੰਘ ਜੀ, ਬ੍ਰਿਟੇਨ ਅਤੇ ਯੂਰਪੀਅਨ ਸੰਘ ਦੇ ਵਿੱਚ ਬ੍ਰੈਕਸਿਟ ਡੀਲ ਨੂੰ ਲੈ ਕੇ ਵਿਵਾਦ ਜਿਹੜਾ ਆ ਉਹ ਬਣਿਆ ਹੋਇਆ ਆ। ਰੀਸੈਂਟਲੀ ਆਪਾਂ ਦੱਸਿਆ ਸੀਗਾ ਵੀ ਕਿਸ ਤਰੀਕੇ ਨਾਲ ਬ੍ਰਿਟੇਨ ਦੀ ਪ੍ਰਾਈਮ ਮਿਨਿਸਟਰ ਥੈਰੇਸਾ ਮੇ, ਉਹਨਾਂ ਦੀ ਇੱਛਾ ਆ ਵੀ ਜਿਹੜੀ ਫ੍ਰੀ ਮੂਵਮੈਂਟ ਹੈਗੀ ਆ ਯੂਰਪੀਅਨ ਸੰਘ ਅਤੇ ਬ੍ਰਿਟੇਨ ਦੇ ਦਰਮਿਆਨ ਲੋਕਾਂ ਦਾ ਆਉਣਾ ਜਾਣਾ ਬਗੈਰ ਕਿਸੇ ਵੀਜ਼ੇ ਤੋਂ, ਕਿਸੇ ਹੋਰ ਡਾਕੂਮੈਂਟਸ ਤੋਂ, ਇਸ ਹਿਸਾਬ ਦੇ ਨਾਲ ਉਸ ਨੂੰ ਜਿਹੜਾ ਉਹ ਰੋਕਿਆ ਜਾਵੇ। ਅਤੇ ਹੁਣ ਇੱਕ ਨਵਾਂ ਵਿਵਾਦ ਜਿਹੜਾ ਉੱਥੇ ਇਹ ਵੀ ਜਿਹੜਾ ਬਣ ਰਿਹਾ ਵੀ ਕਹਿੰਦੇ ਵੀ ਆਇਰਲੈਂਡ ਅਤੇ ਨਾਰਥ ਆਇਰਲੈਂਡ ਦੇ ਦਰਮਿਆਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਵਖਰੇਵਾਂ ਜਿਹੜਾ ਆ ਉਹ ਕੀਤਾ ਜਾਵੇ। ਬਾਰਡਰ ਵਾਲ ਜਿਹੜੀ ਆ ਉਹ ਕਿਸੇ ਨਾ ਕਿਤੇ ਬਣੇ, ਜਿਹੜੀ ਅਮਰੀਕਾ ਵਾਲੀ ਬਾਰਡਰ ਵਾਲ ਆ ਸਾਰੇ ਪਾਸੇ ਜਿਹੜਾ ਉਹ ਫਿਰ ਸ਼ਬਦ ਜਿਹੜਾ ਉਹ ਘੁੰਮ ਜਾਂਦਾ ਆ। ਪਰ ਉੱਧਰ ਆਇਰਲੈਂਡ ਦੇ ਜਿਹੜੇ ਲੋਕਾਂ ਨੇ ਇਹ ਚੇਤਾਵਨੀ ਦਿੱਤੀ ਆ ਯੂਰਪੀਅਨ ਯੂਨੀਅਨ ਨੂੰ ਵੀ ਇੱਦਾਂ ਦੀ ਚੀਜ਼ ਬਾਰੇ ਸੋਚਿਓ ਵੀ ਨਾ। ਚਲੋ ਠੀਕ ਆ, ਵੱਖੋ ਵੱਖਰੇ ਮੁਲਕ ਹੋਣਗੇ ਪਰ ਅਸੀਂ ਸਾਰੇ ਇੱਕ ਦੂਜੇ ਦੇ ਨਾਲ ਸਾਂਝੇ ਹੀ ਹੈਗੇ ਹਾਂ। ਅਤੇ ਕਾਫੀ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਤਣਾਅ ਯੂਰਪੀਅਨ ਸੰਘ ਅਤੇ ਬ੍ਰਿਟੇਨ ਦੇ ਵਿੱਚ ਜਿਹੜਾ ਉਹ ਬਣਿਆ ਪਿਆ ਆ।
ਕੁਛ ਕੁ ਹੀ ਮਹੀਨਿਆਂ ਦਾ ਜਿਹੜਾ ਸਮਾਂ ਆ ਉਹ ਰਹਿ ਗਿਆ ਆ, ਅਤੇ ਉਦੋਂ ਤੱਕ ਜੇ ਡੀਲ ਨਾ ਬਣੀ ਤਾਂ ਫਿਰ ਜਿਹੜਾ ਦੇਖਣ ਵਾਲੀ ਗੱਲ ਰਹੂਗੀ ਵੀ ਫਿਰ ਬਣਦਾ ਕੀ ਆ। ਲੋਕਾਂ ਨੇ 2 ਵਰ੍ਹੇ ਪਹਿਲਾਂ ਰੈਫਰੈਂਡਮ ਕਰਕੇ ਬ੍ਰਿਟੇਨ ਨੂੰ ਯੂਰਪੀਅਨ ਸੰਘ ਦੇ ਵਿੱਚੋਂ ਜਿਹੜਾ ਬਾਹਰ ਕੱਢਣ ਦੇ ਲਈ ਇਜਾਜ਼ਤ ਜਿਹੜੀ ਸਰਕਾਰ ਨੂੰ ਦੇ ਦਿੱਤੀ ਸੀਗੀ। ਜੀ, ਤੇ ਅਗਲੀ ਖਬਰ ਵੱਲ ਚੱਲੀਏ ਜੋ ਇਲੈਕਸ਼ਨ ਦੀ ਚੱਲ ਰਹੀ ਹੈਗੀ ਆ। ਅਗਰ ਐਰੀਜ਼ੋਨਾ ਦੀ ਗੱਲ ਕਰੀਏ, ਐਰੀਜ਼ੋਨਾ ਦੇ ਵਿੱਚ ਜਿਹੜੇ ਐਰੀਜ਼ੋਨਾ ਦੇ ਸੈਨੇਟ ਦੇ ਕੈਂਡੀਡੇਟ ਹੈਗੇ ਆ, ਮਾਰਥਾ ਮੈਕਸੈਲੀ ਰਿਪਬਲਿਕਨ ਆ, ਉਹ ਕਹਿੰਦੇ ਵੀ ਉਹਨਾਂ ਦੀ 6 ਪੁਆਇੰਟ ਲੀਡ ਚੱਲ ਰਹੀ ਹੈਗੀ ਆ ਕ੍ਰਿਸਟਨ ਸਿਨੇਮਾ ਤੋਂ, ਜੋ ਕਿ ਡੈਮੋਕਰੇਟ ਹੈਗੇ ਆ। ਇਹ ਲੀਡ ਜਿਹੜੀ ਆ ਕਹਿੰਦੇ ਲਗਭਗ 4-5 ਪੁਆਇੰਟ ਜਿਹੜੀ ਉੱਪਰ ਗਈ ਹੈਗੀ ਆ ਪਿਛਲੇ ਕੁਝ ਕੁ ਹਫ਼ਤਿਆਂ ਤੋਂ। ਅਤੇ ਇਹਦਾ ਕਹਿੰਦੇ ਮੇਨ ਕਾਰਨ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਦੱਸਿਆ ਗਿਆ ਆ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਦੀ ਐਰੀਜ਼ੋਨਾ ਦੇ ਵਿੱਚ ਜਿਹੜੇ ਲੋਕਾਂ ਕੋਲ ਘੱਟੋ ਘੱਟ ਬੈਚਲਰਸ ਡਿਗਰੀ ਹੈਗੀ ਆ, ਉਹਨਾਂ ਦੇ ਵਿੱਚ ਅਪਰੂਵਲ ਰੇਟ 7% ਜਿਹੜਾ ਅੱਪ ਗਿਆ ਹੈਗਾ ਆ। ਅਤੇ ਸਰੋਤਿਆਂ ਨੂੰ ਇਹ ਦੱਸਦੀ ਜਾਈਏ, ਜਿਹੜੀ ਇਹ ਸੀਟ ਆ ਜਿਹੜੇ ਰਿਪਬਲਿਕਨ ਪਾਰਟੀ ਦੇ ਸੈਨੇਟਰ ਜਿਹੜੇ ਫਲੇਕ ਹੈਗੇ ਆ, ਉਹਨਾਂ ਦੀ ਜਗ੍ਹਾ ਦੇ ਉੱਤੇ ਹੈਗੀ ਆ, ਕਿਉਂਕਿ ਜਿਹੜੇ ਸੈਨੇਟਰ ਫਲੇਕ ਆ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਜਿਹੜੀ ਟਰਮ ਆ ਉਹਨਾਂ ਦੀ ਆਖਰੀ ਟਰਮ ਹੋਊਗੀ, ਵੀ ਉਹ ਇਲੈਕਸ਼ਨ ਦੇ ਵਿੱਚ ਅਗਲੀ ਵਾਰੀ ਹਿੱਸਾ ਨਹੀਂ ਲੈਣਗੇ। ਸੋ ਲੱਗਦਾ ਆ ਵੀ ਜਿਹੜੀ ਐਰੀਜ਼ੋਨਾ ਦੇ ਵਿੱਚ ਜਿਹੜੀ ਸੈਨੇਟ ਦੀ ਇਹ ਸੀਟ ਹੈਗੀ ਆ, ਇਹ ਰਿਪਬਲਿਕਨ ਪਾਰਟੀ ਫਿਰ ਆਪਣੇ ਆਗੂ ਕੋਲ ਰੱਖ ਲਏਗੀ। ਜੀ ਬਿਲਕੁਲ, ਐਰੀਜ਼ੋਨਾ ਸ਼ੁਰੂ ਤੋਂ ਰੈੱਡ ਸਟੇਟ ਜਿਹੜੀ ਆ ਰਹੀ ਆ, ਉੱਥੇ ਟੈਨਸ਼ਨ ਤਾਂ ਘੱਟ ਆ, ਪਰ ਕਿਉਂਕਿ ਰੌਲੇ ਰੱਪੇ ਦੇ ਕਰਕੇ ਡੈਮੋਕਰੇਟ ਪਾਰਟੀ ਨੂੰ ਇਹ ਜ਼ਰੂਰ ਲੱਗ ਰਿਹਾ ਸੀਗਾ ਵੀ ਸ਼ਾਇਦ ਉਹਨਾਂ ਦਾ ਇੱਥੇ ਜਿਹੜਾ ਚਾਂਸ ਉਹ ਬਣ ਜਾਵੇ, ਪਰ ਹਾਲ ਦੀ ਘੜੀ ਉਹ ਚੀਜ਼ ਦੇ ਅਸਾਰ ਜਿਹੜੇ ਘੱਟ ਲੱਗ ਰਹੇ ਆ। ਅਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਬਾਅਦ ਦੇ ਵਿੱਚ, ਕਿਉਂਕਿ ਜੌਨ ਮਕੇਨ ਉਹਨਾਂ ਦਾ ਵੀ ਦੇਹਾਂਤ ਹੋ ਗਿਆ ਸੀਗਾ ਕੁਛ ਕੁ ਜਿਹੜੇ ਮਹੀਨਾ ਕੁ ਪਹਿਲਾਂ, ਤਾਂ ਉਸ ਤੋਂ ਬਾਅਦ ਦੇ ਵਿੱਚ ਵੀ ਉਹ ਵੀ ਸੀਟ ਜਿਹੜੀ ਇਸ ਟਾਈਮ ਖਾਲੀ ਆ। ਉੱਥੋਂ ਦੇ ਗਵਰਨਰ ਨੇ ਜ਼ਰੂਰ ਇੱਕ ਬੰਦੇ ਨੂੰ ਉਹਨਾਂ ਦੀ ਥਾਂ ਦੇ ਉੱਤੇ ਜਿਹੜਾ ਉਹ ਲਾਇਆ ਹੈਗਾ ਆ, ਪਰ ਆਈ ਥਿੰਕ ਉੱਥੇ ਵੀ ਜਿਹੜਾ ਆ ਡੈਫੀਨੇਟਲੀ ਜਿਹੜੀ ਇਲੈਕਸ਼ਨ ਆ ਉਹ ਫਿਰ ਜਦੋਂ ਵੀ ਬਣਦਾ ਆ ਸਮਾਂ ਉਹ ਹੋਵੇਗੀ, ਕਿਉਂਕਿ ਆਲਰੇਡੀ ਇਸ ਵਾਰੀ ਤਾਂ ਸਾਰਾ ਕੁਛ ਛਪ ਚੁੱਕਾ ਸੀ। ਮੈਨੂੰ ਲੱਗਦਾ 2020 ਦੇ ਵਿੱਚ ਉੱਥੇ ਵੀ ਜਿਹੜੀ ਇਲੈਕਸ਼ਨ ਜਾਂ ਵਿਚਕਾਰ ਅਗਲੇ ਸਾਲ ਦੇ ਵਿੱਚ ਉੱਥੇ ਇਲੈਕਸ਼ਨ ਜਿਹੜੀ ਉਹ ਕਰਵਾਈ ਜਾ ਸਕਦੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਸੀਅਰ ਸਟੋਰ ਆ ਉਹ ਵਰਲਡ ਦਾ ਕਹਿੰਦੇ ਸਭ ਤੋਂ ਵੱਡਾ ਬਿਗੈਸਟ ਰੀਟੇਲਰ ਹੈਗਾ। ਹੁਣ ਇਹ ਕਹਿੰਦੇ ਵੀ ਬੈਂਕਰਪਸੀ ਫਾਈਲ ਕਰ ਸਕਦਾ ਹੈਗਾ ਆ। ਆਲਰੇਡੀ ਉਹਨਾਂ ਨੇ ਜਿਹੜੇ ਅਕਾਊਂਟੈਂਟਸ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਆ। 125 ਸਾਲਾਂ ਦੀ ਇਹ ਪੁਰਾਣੀ ਕੰਪਨੀ ਆ ਜਿਹੜੀ ਇਹ ਚੱਲ ਰਹੀ ਸੀ। ਇਸ ਟਾਈਮ $134 ਮਿਲੀਅਨ ਜਿਹੜੀ ਆ ਉਹ ਡੈਪਟ ਦੇ ਵਿੱਚ ਆ। $134 ਮਿਲੀਅਨ ਦਾ ਜਿਹੜਾ ਕਰਜ਼ਾ ਹੈਗਾ ਆ ਜਿਹੜਾ ਸੀਅਰਸ ਉਹਦੇ ਕੋਲ। ਅਤੇ ਜਿਹੜੇ ਸ਼ੇਅਰਸ ਇਹਦੇ ਆਲਰੇਡੀ ਸੀਅਰਸ ਦੇ ਜਿਹੜੇ 20% ਘਟ ਗਏ ਹੈਗੇ ਆ। ਸੋ ਇਹ ਸਾਰੇ ਕੁਛ ਨੂੰ ਜਿਹੜਾ ਐਮਾਜ਼ੋਨ ਆ ਉਹਨਾਂ ਨੇ ਜਿੱਦਾਂ ਵਕਤ ਪਾਇਆ ਹੋਇਆ, ਜਿਹੜੇ ਵੱਡੇ ਵੱਡੇ ਰੀਟੇਲਰਸ ਹੈਗੇ ਆ। ਅਤੇ ਲੱਗਦਾ ਆ ਵੀ ਜਿਸ ਤਰ੍ਹਾਂ ਆਪਾਂ ਪਿੱਛੇ ਵੀ ਦੱਸਿਆ ਸੀ ਵੀ ਕਿੰਨੇ ਜਿਹੜੇ ਸਟੋਰ ਹੈਗੇ ਆ ਟਾਰਗੇਟ ਜਾਂ ਹੋਰ ਬੰਦ ਹੋ ਰਹੇ ਹੈਗੇ ਆ। ਟੁਆਇਜ਼ ਆਰ ਅਸ ਨੇ ਦੁਬਾਰਾ ਕੀ ਰੀਆਰਗੇਨਾਈਜੇਸ਼ਨ ਕੀਤੀ ਹੈਗੀ ਆ, ਕਈ ਸਟੋਰ ਬੰਦ ਕਰ ਦਿੱਤੇ ਗਏ ਸੀ। ਸੋ ਇਸੇ ਮੱਦੇ ਨਜ਼ਰ ਜਿਹੜੀ ਸੀਅਰਸ ਆ 125 ਸਾਲਾਂ ਦੀ ਜਿਹੜੀ ਕੰਪਨੀ ਆ, ਇਹਨਾਂ ਨੇ ਆਲਰੇਡੀ ਕਹਿੰਦੇ ਪਿਛਲੇ ਸਾਲ 100 ਦੇ ਕਰੀਬ ਸਟੋਰ ਬੰਦ ਕੀਤੇ ਸੀ ਅਤੇ 46 ਸਟੋਰ ਇਹ ਅਗਲੇ ਮਹੀਨੇ ਬੰਦ ਕਰਨ ਜਾ ਰਹੇ ਹੈਗੇ ਆ। ਸੋ ਮੋਸਟ ਪ੍ਰੋਬਬਲੀ ਥੈਂਕਸਗਿਵਿੰਗ ਦੇ ਮੈਨੂੰ ਲੱਗਦਾ ਉਹ ਤੋਂ ਬਾਅਦ ਇਹ ਜਿਹੜੇ ਆਪਣੇ ਸਟੋਰ ਆ ਉਹ ਬੰਦ ਕਰਨ ਜਾ ਰਹੇ ਆ। ਸੀਅਰਸ ਨੇ ਕੁਛ ਸਮਾਂ ਪਹਿਲਾਂ ਜਿਹੜੀ ਕੇ-ਮਾਰਟ ਕੰਪਨੀ ਉਹ ਬਾਈ ਕੀਤੀ ਸੀ ਅਤੇ ਦੋਨੋਂ ਰਲ ਕੇ ਜਿਹੜੇ ਹੁਣ ਇਸ ਟਾਈਮ ਸੀਅਰਸ ਹੋਲਡਿੰਗ ਨਾਮ ਨਾਲ ਜਾਣੀ ਜਾਂਦੀ ਹੈ ਅਤੇ ਇਹਨਾਂ ਦਾ 1000 ਦੇ ਕਰੀਬ ਸਟੋਰ USA 'ਚ ਐਂਡ ਆਫ 2017 ਤੱਕ ਸੀਗਾ। ਜੀ ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ, ਕਹਿੰਦੇ ਟਰੇਡ ਵਾਰ ਚਾਈਨਾ ਦੇ ਨਾਲ ਪੂਰੀ ਜਿਹੜੀ ਆ ਜ਼ੋਰਾਂ ਸ਼ੋਰਾਂ ਦੇ ਉੱਤੇ ਚੱਲ ਰਹੀ ਆ, ਪਰ ਉੱਧਰ ਨਾਲ ਹੀ ਕਹਿੰਦੇ ਚਾਈਨਾ ਵਾਲੇ ਆ ਆਪਣੇ ਜਿਹੜੇ ਡਾਲਰ ਬੌਂਡਸ ਆ ਉਸ ਨੂੰ ਸੈੱਲ ਕਰਨ ਜਾ ਰਹੇ ਆ। ਇਸ ਟਰੇਡ ਵਾਰ ਦੇ ਵਿੱਚ $3 ਬਿਲੀਅਨ ਦੇ ਜਿਹੜੇ ਇਹ ਡਾਲਰ ਬੌਂਡ ਜਿਹੜੇ ਆ ਉਹ ਸੈੱਲ ਕਰਨ ਜਾ ਰਹੇ, ਜਿਨ੍ਹਾਂ ਦੀ ਬੌਂਡ ਜਿਹੜੀ ਉਹ ਸਮਾਂ ਕਿਸੇ ਦਾ 5, ਕਿਸੇ ਦਾ 10, ਕਿਸੇ ਦਾ 30 ਸਾਲ ਦਾ ਜਿਹੜਾ ਉਹ ਰੱਖਿਆ ਗਿਆ ਹੋਇਆ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਟਰੇਡ ਵਾਰ ਦੇ ਦੌਰਾਨ ਇਹ ਸਾਰਾ ਕੁਛ ਕਰਕੇ ਚਾਈਨਾ ਜਿਹੜਾ ਕਿਹੜੀ ਚੀਜ਼ ਹਾਸਲ ਜਿਹੜਾ ਉਹ ਕਰ ਸਕੂਗਾ। ਉੱਦਾਂ ਯੂਆਨ ਦੀ ਜਿਹੜੀ ਕੀਮਤ ਆ ਉਹ ਡਿੱਗੀ ਆ, ਉਹਨਾਂ ਦਾ ਡੈਫੀਨੇਟਲੀ ਜਿਹੜੀ ਕਰੰਸੀ ਆ ਉਹ ਡਾਊਨ ਗਈ ਆ US ਡਾਲਰ ਦੇ ਮੁਕਾਬਲੇ। ਸੋ ਮਿਨਿਸਟਰੀ ਆਫ ਫਾਈਨੈਂਸ ਨੇ ਜਿਹੜਾ ਆ ਇਹ ਦੱਸਿਆ ਨਹੀਂ ਆ ਵੀ ਕਿਉਂ ਇੰਨੇ ਜਿਹੜੇ $3 ਬਿਲੀਅਨ ਦੇ ਜਿਹੜੇ ਬੌਂਡ ਆ ਉਹ
ਵੇਚ ਰਹੇ ਨੇ, ਉਹ ਸੈੱਲ ਜਿਹੜੇ ਆ ਉਹ ਕਰ ਰਹੇ ਨੇ, ਇਸ ਦੇ ਪਿੱਛੇ ਕਾਰਨ ਕੀ ਹੈਗਾ ਆ। ਸੋ ਬਿਲਕੁਲ ਸਾਡਾ ਸਮਾਂ ਹੁਣ ਬ੍ਰੇਕ ਦਾ, ਆਪਾਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਜੁੜੇ ਰਹੋ, ਕਿਉਂਕਿ ਆਪਾਂ ਇਮੀਗ੍ਰੇਸ਼ਨ ਦੇ ਨਾਲ US ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਆ, ਆਸਟ੍ਰੇਲੀਆ ਦੇ ਵਿੱਚ ਕੀ ਇਮੀਗ੍ਰੇਸ਼ਨ ਚੇਂਜ ਹੋ ਰਹੀ ਆ, ਉਹਦੇ ਬਾਰੇ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਆਪਾਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ। Punjabi Radio USA, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350 AM। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 15, 16, 17, 18 ਅਕਤੂਬਰ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰਸ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205, 916 573 4205 ਜਾਂ ਵਿਜ਼ਿਟ aval.com, A as in Victor, AAL.com। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ, ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530-415-5959, 530 415 5959। ਮੈਨੀ ਹੇਅਰ 530-300-7663, 530-37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਕਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ, 5599052575, 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ। 5599052575, 559 905 2575। Platinum Home Mortgage Corporation is an equal housing lender and the loan is subject to credit approval। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ, ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842, 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕੀਟ, ਸੈਕਰਾਮੈਂਟੋ। ਫੋਨ ਨੰਬਰ 916 912 8842, 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ, 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ।
ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 916-865-6659 या परमप्रीत सिंह डड्डी 661-510-3143। हो यारी चंडीगढ़ वाली है नी तेरी करागी हथियार दे खड़े हो देख लवी तक दीरे हसी पानी जाना ही। सत श्री अकाल, मैं रंजीत बावा ते तुसी सुन रहे हो पंजाबी रेडियो USA। सुनते रहो नवे गाने, नवियां धुना, चढ़दी कला च रहो। लव यू ऑल। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਜੀ। ਧੰਨਵਾਦ ਜੀ, ਇੱਕ ਵਾਰੀ ਫਿਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਆਪਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਉਸ ਦੇ ਉੱਤੇ ਜਿਹੜੀ ਨਜ਼ਰ ਬਣਾਉਣੀ ਸ਼ੁਰੂ ਕਰਦੇ। ਕਾਲਰ ਆਪਣੇ ਨਾਲ ਜੁੜੇ ਆ ਤੇ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸਤਨਾਮ ਸਿੰਘ ਜੀ ਆਪਣੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ, ਜਿਹੜੇ ਸਾਨੂੰ ਸਾਰਿਆਂ ਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਸਾਰੇ ਜਾਣਕਾਰੀਆਂ ਦਿੰਦੇ ਆ। ਤੇ ਵੀ ਜੇ ਇੱਕ ਦੋ ਬੇਨਤੀਆਂ ਜੋ ਕਰਨੀਆਂ ਮੰਗਦਾ ਕਿ ਜਿਸ ਤਰ੍ਹਾਂ ਤੁਸੀਂ ਵੀ ਮੈਂਸ਼ਨ ਕਰਦੇ ਹੋ, ਕੱਲ ਵੀ ਕੀਤਾ ਕਿ ਆਪਣੇ ਜੋ ਇਲੈਕਸ਼ਨ ਹੋ ਰਹੀ ਆ ਨਵੰਬਰ ਦੇ ਵਿੱਚ, ਤੇ ਕਈਆਂ ਵੀਰਾਂ ਨੇ ਜਿਹੜੇ ਸਿਟੀਜ਼ਨ ਬਣੇ ਉਹਨੇ ਰਜਿਸਟਰ ਨਹੀਂ ਕੀਤੇ, ਤੇ ਕਿਰਪਾ ਥੋੜੇ ਦਿਨ ਰਹਿ ਗਏ ਤੇ ਕਿਰਪਾ ਕਰਕੇ ਰਜਿਸਟਰ ਜ਼ਰੂਰ ਕਰ ਲਓ। ਤੇ ਯੂਬਾ ਡੀ ਏਰੀਏ ਵਿੱਚ ਜੇ ਕਿਸੇ ਨੂੰ ਮਦਦ ਦੀ ਲੋੜ ਆ, ਕਿਸੇ ਫਾਰਮ ਨੇ, ਸਾਡੇ ਕੋਲ ਫਾਰਮ ਵੀ ਸਾਨੂੰ ਕਾਲ ਕਰ ਸਕਦੇ, ਉਹਨਾਂ ਜਾ ਕੇ ਫਾਰਮ ਵੀ ਭਰ ਸਕਦੇ ਆ। ਤੇ ਇੱਕ ਸਰ ਕਾਉਂਟੀ ਦੇ ਇੱਕ ਦੋ ਗੱਲਾਂ ਜ਼ਰੂਰ ਸਾਂਝੀਆਂ ਕਰਨੀਆਂ ਮੰਗਦੇ। ਇੱਕ ਤਾਂ ਹਜੇ ਤਾਈਂ ਜਿਹੜੇ ਕਾਉਂਟੀ ਨੇ ਆਪਣੇ ਸੈਂਪਲ ਭੇਜੇ ਆ, ਕਈ ਕਨਫਿਊਜ਼ ਹੋਏ ਵੀ ਅਸੀਂ ਕਿੱਥੇ ਨੂੰ ਇਹ ਭੇਜੀਏ, ਉਹ ਨਹੀਂ ਭਰ ਕੇ ਭੇਜਣੇ ਕਿਸੇ ਪਾਸੇ ਨੂੰ ਵੀ। ਹਜੇ ਜਿਹੜੇ ਐਬਸੈਂਟੀ ਬੈਲਟ ਉਹ ਆਉਣੇ ਆ ਜੇ, ਉਹ ਕਿਉਂਕਿ ਉਹਨਾਂ ਦੇ ਵਿੱਚ ਲਿਫਾਫੇ ਭੇਜਦੇ ਹੁੰਦੇ, ਉਹ ਭਰ ਕੇ ਉਹ ਭੇਜਣੇ ਆ ਜੀ। ਤੇ ਜਦੋਂ ਆਉਣਗੇ ਅਸੀਂ ਅਨਾਉਂਸ ਵੀ ਕਰ ਦੇਂਗੇ, ਤੁਹਾਨੂੰ ਵੀ ਦੱਸ ਦਿਆਂ, ਤੁਸੀਂ ਵੀ ਅਨਾਉਂਸ ਕਰ ਸਕਦੇ ਆ। ਤੇ ਇੱਕ ਹੋਰ ਸਾਡੇ ਆਪਣੇ ਸਰ ਕਾਉਂਟੀ ਦੇ ਆਪਣੇ ਲੋਕਾਂ ਦੇ ਮਨਾਂ 'ਚ ਬੜਾ ਭੁਲੇਖਾ, ਕਿਉਂਕਿ 4 ਕੈਂਡੀਡੇਟ ਪੰਜਾਬੀ ਮੂਲ ਦੇ ਖੜੇ ਆ, ਤੇ ਉਹ ਕਹਿੰਦੇ ਵੀ ਕਿਹਨੂੰ ਵੋਟ ਪਾਈਏ। ਏਦਾਂ ਵੀ ਜਿਹੜੇ ਚਾਰੇ ਜਾਣੇ ਉਹ ਵੱਖਰੀ ਵੱਖਰੀ ਆਪਣੀ ਪੋਜੀਸ਼ਨ 'ਤੇ ਖੜੇ, ਸਾਰਿਆਂ ਤੋਂ ਵੋਟ ਪਾ ਸਕਦੇ ਆ, ਕਿ ਉਹਨਾਂ ਦਾ ਆਪਸ ਵਿੱਚ ਕੋਈ ਮੁਕਾਬਲਾ ਨਹੀਂ ਹੈ, ਕਿਉਂਕਿ ਵੱਖਰੀ ਵੱਖਰੀ ਪੋਜੀਸ਼ਨ ਵਾਸਤੇ ਆ। ਤਾਂ ਕਰਕੇ ਕਈ ਕਨਫਿਊਜ਼ ਹੋਏ ਪਏ ਸੀ ਕਿਹਨੂੰ ਵੋਟ ਪਾਈਏ ਕਿਹਨੂੰ ਨਾ ਪਾਈਏ। ਤੇ ਉਹ ਸਾਰਿਆਂ ਨੂੰ ਮਤਲਬ ਨਾਲ ਉਸ ਆਪਸ ਵਿੱਚ ਮੈਂ ਇਹੀ ਕਲੀਅਰ ਕਰਨਾ, ਮਤਲਬ ਉਹਨਾਂ ਦਾ ਕੋਈ ਕਿਸੇ ਨਾਲ ਮੁਕਾਬਲਾ ਨਹੀਂ, ਕਿਉਂਕਿ ਇੱਕ ਸੁਪਰਡੈਂਟ ਵਾਸਤੇ ਖੜੇ ਆ, ਤੇ ਦੂਜਾ ਸਿਟੀ ਕਾਉਂਸਲ ਵਾਸਤੇ ਖੜੇ ਆ, ਇੱਕ ਸੁਪਰਵਾਈਜ਼ਰ ਵਾਸਤੇ ਖੜੇ ਆ, ਤੇ ਇੱਕ ਆਪਣੇ ਸਟੇਟ ਵਾਸਤੇ ਖੜੇ ਆ। ਇਹ ਚਾਹਾਂ ਬੱਕੀਆਂ ਪੋਜੀਸ਼ਨ ਆ, ਇਹ ਜ਼ਰੂਰ ਮੈਂ ਕਲੀਅਰ ਕਰਨਾ ਮੰਗਦਾ। ਕਈ ਆਪਣੇ ਲੋਕ ਕਨਫਿਊਜ਼ ਆ, ਤੇ ਇਹ ਜ਼ਰੂਰੀ ਬੇਨਤੀ ਹੈ ਵੀ ਇਹਨਾਂ ਗੱਲਾਂ ਧਿਆਨ ਰੱਖੋ। ਤੇ ਜਦੋਂ ਐਬਸੈਂਟੀ ਬੈਲਟ ਆਉਣਗੇ ਤੇ ਉਦੋਂ ਸਾਨੂੰ ਦੱਸ ਦਿਆਂਗੇ, ਤੁਸੀਂ ਅਨਾਉਂਸ ਕਰ ਦਿਓ। ਤੇ ਹਜੇ ਜਿਹੜੇ ਆਏ ਆ ਉਹ ਸੈਂਪਲ ਹੀ ਆ, ਉਹਨਾਂ ਨੂੰ ਕੁਛ ਨਹੀਂ ਕਰਨਾ, ਸਿਰਫ ਉਹ ਤੁਹਾਡੀ ਜਾਣਕਾਰੀ ਵਾਸਤੇ ਆ ਜੀ। ਮੈਂ ਤਾਂ ਇੰਨਾ ਕਹਿਣਾ ਮੰਗਦਾ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ, ਸੋ ਜਦੋਂ ਐਬਸੈਂਟੀ ਬੈਲਟ ਆਉਣ ਤਾਂ ਜ਼ਰੂਰ ਸਾਰੇ ਜਾਣੇ ਆਪੋ ਆਪਣੀ ਬੜੀ ਵੋਟ ਆ ਉਹ ਭਰ ਕੇ ਉਹਨਾਂ ਨੂੰ ਸਮੇਂ ਸਿਰ ਹੀ ਜਿਹੜੀ ਆ ਉਹ ਘੱਲ ਦਿੱਤੀ ਜਾਵੇ, ਵਾਪਸ ਮੇਲ ਜਿਹੜੀ ਉਹ ਕਰ ਦਿੱਤੀ ਜਾਵੇ, ਤਾਂ ਜੋ ਤੁਹਾਡੀ ਫਿਰ ਵੋਟ ਆ ਉਹ ਗਿਣੀ ਜਾ ਸਕੇ। ਤੇ ਜੇ ਐਬਸੈਂਟੀ ਬੈਲਟ ਤਾਂ ਹਰਜੋਤ ਸਿੰਘ ਜੀ ਜਿਹੜਾ ਵੀ ਉਹਨਾਂ ਦਾ ਉਸਦੇ ਉੱਤੇ ਲਿਖਿਆ ਵੀ ਹੁੰਦਾ ਹੈ ਵੀ ਜੇ ਨਹੀਂ ਤਾਂ ਤੁਸੀਂ ਉੱਥੇ ਜਾ ਕੇ ਵੀ ਖੁਦ ਵੀ ਜਿਹੜੇ ਉੱਥੇ ਫੜਾ ਵੀ ਸਕਦੇ ਹੁੰਦੇ ਹੋ ਵੋਟਿੰਗ ਵਾਲੇ ਦਿਨ ਵੀ, ਜਾਣੀ ਕਿ 6 ਨਵੰਬਰ ਵਾਲੇ ਦਿਨ ਵੀ। ਅਗਲੀ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਵੱਧਦੇ ਹਾਂ। ਕਹਿੰਦੇ ਹੁਣ ਸੁਪਰੀਮ ਕੋਰਟ ਦੇ ਵਿੱਚ ਸਭ ਨੂੰ ਪਤਾ ਹੈ ਵੀ ਹੁਣੇ ਰੌਲਾ ਰੱਪਾ ਪੈ ਕੇ ਹਟਿਆ। ਨਵੇਂ ਜਿਹੜੇ 114ਵੇਂ ਜਸਟਿਸ ਜਿਹੜੇ ਆ ਉਹ ਬਣੇ ਨੇ, ਬ੍ਰੈਟ ਕੈਵਨਾ। ਤੇ ਹੁਣ ਕਹਿੰਦੇ ਸੁਪਰੀਮ ਕੋਰਟ ਦੇ ਵਿੱਚ ਇਮੀਗ੍ਰੇਸ਼ਨ ਦਾ ਇੱਕ ਕੇਸ ਜਿਹੜਾ ਆ ਉਹ ਜਾਵੇਗਾ। ਸੋ ਇਮੀਗ੍ਰੇਸ਼ਨ ਦਾ ਕੇਸ ਦੀ ਸੁਣਵਾਈ ਕਰਨ ਦੇ ਲਈ ਸੁਪਰੀਮ ਕੋਰਟ ਨੇ ਮਨਜ਼ੂਰੀ ਜਿਹੜੀ ਆ ਉਹ ਦੇ ਦਿੱਤੀ ਆ, ਖਾਸ ਕਰਕੇ ਇਮੀਗ੍ਰੇਸ਼ਨ ਡਿਟੈਂਸ਼ਨ ਦਾ ਜਿਹੜਾ ਕੇਸ ਆ। ਸੋ ਇਹ ਹੁਣ ਕੇਸ ਦੀ ਸੁਣਵਾਈ ਦੇ ਵਿੱਚ ਕੇਸ ਵਾਲੇ ਪਾਸੇ ਨੂੰ ਫੈਸਲਾ ਜਿਹੜਾ ਆ ਉਹ ਆਊਗਾ, ਕਿਉਂਕਿ ਇਹ ਸਾਰਾ ਕੁਝ ਫੈਮਿਲੀ ਸੈਪਰੇਸ਼ਨਸ ਦੇ ਨਾਲ ਜੁੜਿਆ ਹੋਇਆ ਮਸਲਾ ਲੱਗਦਾ ਆ।
ਪਿਛਲੇ ਦਿਨਾਂ ਦੇ ਵਿੱਚ ਇਹੀ ਉਦੋਂ ਰੌਲਾ ਪਿਆ ਸੀ। ਅੱਜ ਤੋਂ ਡੇਢ ਮਹੀਨਾ ਪਹਿਲਾਂ ਹਰਜੋਤ ਸਿੰਘ ਜੀ ਵੀ ਕਿਸ ਤਰੀਕੇ ਦੇ ਨਾਲ ਮੌਜੂਦਾ ਟਰੰਪ ਪ੍ਰਸ਼ਾਸਨ ਉਹ ਕਿਸ ਤਰੀਕੇ ਦੇ ਨਾਲ ਪਰਿਵਾਰਾਂ ਨੂੰ ਤੋੜ ਰਿਹਾ ਸੀਗਾ, ਬੱਚਿਆਂ ਨੂੰ ਵੱਖ ਡਿਟੈਂਸ਼ਨ ਸੈਂਟਰ 'ਚ, ਘਰਦਿਆਂ ਨੂੰ ਵੱਖ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਜਾ ਰਿਹਾ ਸੀ। ਫਿਰ ਬਹੁਤ ਜ਼ਿਆਦਾ ਰੌਲਾ ਰੱਪਾ ਪੈਣ ਤੋਂ ਬਾਅਦ 'ਚ ਰਾਸ਼ਟਰਪਤੀ ਟਰੰਪ ਨੂੰ ਦਬਾਅ ਵਿੱਚ ਇੱਕ ਐਗਜ਼ੀਕਿਊਟਿਵ ਆਰਡਰ ਵੀ ਜਿਹੜਾ ਆ ਉਹ ਜਾਰੀ ਕਰਨਾ ਪਿਆ ਸੀ, ਜਿਸ ਦੇ ਵਿੱਚ ਬੱਚਿਆਂ ਦਾ ਤੇ ਪਰਿਵਾਰਾਂ ਦਾ ਜਿਹੜਾ ਤੋੜ ਵਿਛੋੜਾ ਆ ਉਹ ਰੋਕਿਆ ਜਾਵੇ। ਸੋ ਹੁਣ ਕੰਜ਼ਰਵੇਟਿਵ ਜਿਹੜੇ ਜੱਜਿਸ ਆ ਉਹਨਾਂ ਦੀ ਮੈਜੋਰਟੀ ਹੈਗੀ ਆ ਸੁਪਰੀਮ ਕੋਰਟ ਦੇ ਵਿੱਚ। ਜੱਜ ਜਸਟਿਸ ਕੈਵਨਾ ਤੇ ਜਸਟਿਸ ਨੀਲ ਗੌਰਸਚ ਦੇ ਇਸ ਪ੍ਰਸ਼ਾਸਨ ਦੇ ਦੁਆਰਾ ਨੋਮੀਨੇਟ ਹੋਣ ਤੋਂ ਬਾਅਦ 'ਚ ਸੋ ਹੁਣ ਦੇਖਦੇ ਹਾਂ ਵੀ ਇਸ ਕੇਸ ਦੀ ਸੁਣਵਾਈ ਆ ਉਹ ਕਿਸ ਤਰੀਕੇ ਦੇ ਨਾਲ ਰਹੇਗੀ। ਸੋ 2 ਲੀਗਲ US ਰੈਜ਼ੀਡੈਂਟਸ ਉਹਨਾਂ ਨੇ ਜਿਹੜੇ ਸੈਪਰੇਟ ਲਾ ਸੂਟ ਫਾਈਲ ਕੀਤੇ ਸੀ 2013 ਦੇ ਵਿੱਚ, ਇੱਕ ਕੰਬੋਡੀਅਨ ਇਮੀਗਰੈਂਟ ਜਿਹੜਾ ਸੀਗਾ ਤੇ ਇੱਕ ਪੈਲਸਟੀਨੀਅਨ ਇਮੀਗਰੈਂਟ ਜਿਹੜਾ ਸੀਗਾ, ਵੀ ਉਦੋਂ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਵੱਖਰਾ ਜਿਹੜਾ ਡਿਟੈਂਸ਼ਨ ਦੇ ਵਿੱਚ ਜਿਹੜਾ ਆ ਉਹ ਰੱਖਿਆ ਗਿਆ ਸੀਗਾ। ਸੋ ਹੁਣ ਦੇਖਦੇ ਹਾਂ ਵੀ ਇਸ ਦੀ ਜਿਹੜੀ ਸੁਣਵਾਈ ਜਦੋਂ ਹੋਵੇਗੀ, ਕੀ ਤਰਕ ਜਿਹੜੇ ਆ ਉਹ ਜਿਨ੍ਹਾਂ ਨੇ ਕੀਤਾ ਹੈ, ਲਾ ਸੂਟ ਕੀਤਾ ਹੈ, ਤੇ ਕੀ ਸਰਕਾਰ ਦੇ ਵੱਲੋਂ ਜਿਹੜੇ ਤਰਕ ਆ ਉੱਥੇ ਦਿੱਤੇ ਜਾਣਗੇ, ਤੇ ਇਸ ਦਾ ਜਿਹੜਾ ਮਾਇਨਾ ਆ ਲੰਮੇ ਸਮੇਂ ਤੱਕ ਜਿਹੜਾ ਆ ਇਸ ਦਾ ਅਸਰ ਆ ਡੈਫੀਨੇਟਲੀ ਪੂਰੇ ਇਮੀਗ੍ਰੇਸ਼ਨ ਦੇ ਉੱਤੇ ਰਹੇਗਾ। ਸਭ ਨੂੰ ਯਾਦ ਦਿਵਾਉਣਾ ਚਾਹੁੰਦੇ ਆ, ਅੱਜ ਤੋਂ ਕੁਛ ਮਹੀਨੇ ਪਹਿਲਾਂ ਸੁਪਰੀਮ ਕੋਰਟ ਨੇ ਇੱਕ ਜਿਹੜਾ ਅਜਿਹੇ ਹੀ ਡਿਟੈਂਸ਼ਨ ਵਰਗੇ ਹੀ ਇੱਕ ਅਜਿਹੇ ਕੇਸ ਦੀ ਸੁਣਵਾਈ ਦੇ ਵਿੱਚ ਜਿਹੜਾ ਇਹੀ ਰਾਏ ਫੈਸਲਾ ਜਿਹੜਾ ਉਹ ਦਿੱਤਾ ਸੀਗਾ ਵੀ ਜਿਹੜਾ ਅਧਿਕਾਰ ਹੈਗਾ ਆ ਫੈਡਰਲ ਸਰਕਾਰ ਦੇ ਕੋਲ, ਆਈਸ ਦੇ ਕੋਲ, ਵੀ ਕਿਸੇ ਵੀ ਜਿਹੜਾ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਆਇਆ ਆ, ਇਲੀਗਲ ਤਰੀਕੇ ਦੇ ਨਾਲ ਆਇਆ ਆ, ਅਨਡਾਕੂਮੈਂਟਡ ਇਮੀਗ੍ਰੈਂਟ ਹੈਗਾ ਆ, ਉਸ ਨੂੰ ਅਣਮਿੱਥੇ ਸਮੇਂ ਦੇ ਲਈ ਡਿਟੈਂਸ਼ਨ ਦੇ ਵਿੱਚ ਰੱਖ ਸਕਦੇ ਨੇ ਬਗੈਰ ਉਸ ਦਾ ਕੋਈ ਇੱਕ ਹਿਸਾਬ ਦੇ ਨਾਲ ਕਿਸੇ ਨੂੰ ਵੀ ਜਿਹੜਾ ਇੱਕ ਹਿਸਾਬ ਦੇ ਨਾਲ ਜਵਾਬ ਦਿੱਤੇ ਬਗੈਰ। ਸੋ ਹੁਣ ਦੇਖਦੇ ਹਾਂ ਵੀ ਇਸ ਕੇਸ ਦਾ ਕਿਸ ਤਰੀਕੇ ਦਾ ਫੈਸਲਾ ਜਿਹੜਾ ਆਊਗਾ, ਤੇ ਕਾਫੀ ਜਿਹੜਾ ਰੌਲਾ ਰੱਪਾ ਜਿਹੜਾ ਹਰਜੋਤ ਸਿੰਘ ਜੀ ਇਸ ਨੂੰ ਲੈ ਕੇ ਹੁਣ ਵਿਵਾਦ ਜਿਹੜਾ ਦੁਬਾਰਾ ਵਧੂਗਾ ਜੀ। ਤੇ ਅਗਲੀ ਖਬਰ ਵੱਲ ਚਲੀਏ। ਆਈਸ ਵਾਲੇ ਜਿਹੜੇ ਆ ਉਹ ਕਹਿੰਦੇ ਵੀ ਬੜੇ ਟ੍ਰਿਕੀ ਤਰੀਕੇ ਜਿਹੜੇ ਵਰਤ ਰਹੇ ਹੈਗੇ ਆ ਲੋਕਾਂ ਨੂੰ ਅਰੈਸਟ ਕਰਨ ਦੇ ਲਈ। ਇਹ ਖਬਰ ਆ ਰਹੀ ਆ ਨਾਰਥ ਮਿਆਮੀ ਬੀਚ ਤੋਂ, ਇੱਕ ਫਲੇਵੀਓ ਮੁਸਮਾਨੋ ਨਾਮ ਦਾ ਬੰਦਾ ਜਿਹੜਾ ਆ ਉਹਦਾ ਕਹਿੰਦੇ ਵੀ ਵਾਲਟ ਜਿਹੜਾ ਆ ਬਟੂਆ ਉਹ ਡਿੱਗ ਪਿਆ ਓਹਾਇਓ ਦੇ ਵਿੱਚ। ਉਹ ਕੰਸਟਰਕਸ਼ਨ ਦੀ ਜੌਬ ਕਰਦਾ ਸੀ ਤੇ ਉਹਦੇ ਵਿੱਚ ਕੋਈ ਫੋਨ ਵਗੈਰਾ ਨਹੀਂ ਸੀ, ਉਹਦੇ 'ਚ ਇੱਕ ਉਹਦੀ ਐਕਸਪਾਇਰਡ ID ਸੀ ਤੇ $40 ਦੇ ਕਰੀਬ ਕੈਸ਼ ਪੈਸੇ ਸੀਗੇ। ਤੇ ਜਦੋਂ ਉਹ ਘਰ ਆਇਆ ਉਹ ਤੋਂ ਬਾਅਦ ਉਹਨੂੰ ਇੱਕ ਕਾਲ ਆਈ ਵੀ ਜਿਹੜਾ ਤੇਰਾ ਬਟੂਆ ਆ ਉਹ ਸਾਨੂੰ ਲੱਭ ਗਿਆ ਹੈਗਾ, ਵੀ ਤੂੰ ਆਪਣਾ ਬਟੂਆ ਆ ਕੇ ਲੈ ਜਾ, ਤੇ ਇੱਕ ਟਰੱਕ ਸਟਾਪ ਦਾ ਜਿਹੜਾ ਐਡਰੈਸ ਦਿੱਤਾ। ਤੇ ਜਦੋਂ ਉਹ ਬਟੂਆ ਲੈਣ ਗਿਆ ਆਪਣਾ, ਤੇ ਉੱਥੇ ਜਿਹੜਾ ਕਹਿੰਦੇ ਵੀ US ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਦਾ ਉਹ ਏਜੰਟ ਸੀ, ਉਸ ਨੂੰ ਅਰੈਸਟ ਕਰ ਲਿਆ। ਅਰੈਸਟ ਕਰਕੇ ਜਿਹੜੇ ਜੇਲ੍ਹ 'ਚ ਲੈ ਗਏ। ਤੇ ਇਹ ਜਿਹੜਾ ਫਲੇਵੋ ਨਾਮ ਦਾ ਬੰਦਾ ਆ, ਫਲੇਵੀਓ, ਉਹ ਕਹਿੰਦਾ ਵੀ ਮੇਰਾ ਕੋਈ ਕ੍ਰਿਮੀਨਲ ਰੈਕਰਡ ਨਹੀਂ ਹੈਗਾ, ਉਹਦਾ ਵੀਜ਼ਾ ਜਿਹੜਾ ਇੱਕ ਤਰ੍ਹਾਂ ਨਾਲ ਐਕਸਪਾਇਰਡ ਹੋ ਗਿਆ ਸੀ, ਤੇ ਪਰ ਆਲਰੇਡੀ ਉਹ ਇੱਕ US ਸਿਟੀਜ਼ਨ ਦੇ ਨਾਲ ਜਿਹੜਾ ਵਿਆਹਿਆ ਹੋਇਆ ਆ, ਤੇ ਉਸ ਨੇ ਆਲਰੇਡੀ I-130 ਫਾਰਮ ਜਿਹੜਾ ਆ ਉਹ ਫਾਈਲ ਕੀਤਾ ਹੋਇਆ ਹੈਗਾ। ਸੋ ਇੱਦਾਂ ਦੇ ਵੀ ਤਰੀਕੇ ਜਿਹੜੇ ਚੱਲ ਰਹੇ। ਸੋ ਇਹ ਤੋਂ ਸ਼ਰੇਆਮ ਪਤਾ ਲੱਗਦਾ ਆ ਵੀ ਕਿਸੇ ਨੂੰ ਬਟੂਆ ਲੱਭਿਆ ਹੋਊਗਾ ਤੇ ਉਸ ਨੇ ਪੁਲਿਸ ਨੂੰ ਦੇਤਾ, ਤੇ ਪੁਲਿਸ ਨੇ ਇਮੀਡੀਏਟਲੀ ਜਿਹੜੀ ਆ ਉਹ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨੂੰ ਦੇਤਾ। ਸੋ ਬਹੁਤ ਸਾਰੀਆਂ ਜਿਹੜੀਆਂ ਪੁਲਿਸ ਏਜੰਸੀਆਂ ਹੈਗੀਆਂ ਆ ਉਹ ਜਿਹੜੀਆਂ ਆ ਹੁਣ ਆਈਸ ਦੇ ਨਾਲ ਰਲ ਕੇ ਕੰਮ ਕਰ ਰਹੀਆਂ ਹੈਗੀਆਂ। ਜੀ ਬਿਲਕੁਲ। ਸੋ ਇਹ ਸਾਰਾ ਕੁਛ ਜਿਹੜਾ ਆਈਸ ਵਾਲੇ ਆ ਹਰ ਤਰ੍ਹਾਂ ਦਾ ਹੱਥਕੰਡਾ ਜਿਹੜਾ ਆ ਉਹ ਅਪਣਾ ਰਹੇ ਆ ਇਹਨਾਂ ਨੂੰ ਫੜਨ ਦੇ ਲਈ। ਤੇ ਇਮੀਗ੍ਰੇਸ਼ਨ ਦੇ ਮਸਲੇ ਦੇ ਵਿੱਚ ਜੇ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਭ ਨੂੰ ਪਤਾ ਹੈ ਵੀ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਇੱਕ ਜਿਹੜਾ ਨਵਾਂ ਕਾਨੂੰਨ ਪ੍ਰਪੋਜ਼ਡ ਲਾ ਜਿਹੜਾ ਆ ਉਹ ਆ ਰਿਹਾ ਆ, ਉਸ ਨੂੰ ਲੈ ਕੇ ਬਹੁਤ ਸਾਰਾ ਭੰਬਲ ਭੂਸਾ ਵੀ ਆ, ਭੁਲੇਖਾ ਵੀ ਆ, ਖਾਸ ਕਰਕੇ ਉਹ ਜਿਹੜੀਆਂ ਗੱਲਾਂ ਨੂੰ ਲੈ ਕੇ ਵੀ ਜਿਨ੍ਹਾਂ ਨੇ ਜਿਹੜਾ 12 ਮਹੀਨੇ ਤੱਕ ਜਿਹੜਾ ਸਨੈਪ ਪ੍ਰੋਗਰਾਮ ਜਿਹੜਾ ਉਹ ਯੂਜ਼ ਕੀਤਾ ਹੋਵੇ, ਜਾਂ ਮੈਡੀਕੇਅਰ ਜਿਹੜਾ ਆ ਉਹ ਯੂਜ਼ ਕੀਤਾ ਹੋਵੇ। ਖਾਸ ਕਰਕੇ ਜਿਹੜੇ ਗ੍ਰੀਨ ਕਾਰਡ ਹੋਲਡਰਸ ਆ ਉਹਨਾਂ ਦੇ ਲਈ ਕਾਫੀ ਇੱਕ ਗੁੰਝਲਦਾਰ ਮਸਲਾ ਬਣ ਰਿਹਾ ਆ। ਉੱਦਾਂ ਉਸ ਪ੍ਰਪੋਜ਼ਡ ਲਾਅ ਦੇ ਵਿੱਚ ਜਿਹੜਾ ਲਿਖਿਆ ਗਿਆ ਸੀਗਾ, ਕਹਿੰਦੇ ਵੀ ਪੁਰਾਣੀਆਂ ਤੁਸੀਂ ਵਰਤੀਆਂ ਆ ਨਹੀਂ ਵਰਤੀਆਂ ਆ ਉਹ ਮਾਇਨੇ ਨਹੀਂ ਰੱਖੂਗਾ, ਪਰ ਜਿਸ ਦਿਨ ਤੋਂ ਇਹ ਲਾਅ ਲਾਗੂ ਹੋ ਜਾਊਗਾ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਚੈੱਕ ਕਰਨਗੇ। ਪਰ ਜਿੱਦਾਂ ਆਪਾਂ ਉਦਣ ਵੀ ਕਹਿ ਰਹੇ ਸੀਗੇ ਵੀ ਜਦੋਂ ਅਜਿਹੇ ਨਵੇਂ ਲਾਅ ਬਣਦੇ ਆ,
ਕਈ ਤਰੀਕੇ ਦੇ ਜਿਹੜੇ ਭੰਬਲ ਭੂਸੇ ਭੁਲੇਖੇ ਜਿਹੜੇ ਆ ਜਿਨ੍ਹਾਂ ਨੇ ਅਪਲਾਈ ਕਰਨੇ ਹੁੰਦੇ ਆ ਉਹਨਾਂ ਨੂੰ ਹੁੰਦੇ ਆ। ਕਿਸੇ ਨੇ ਕਿਸੇ ਤਰੀਕੇ ਦੇ ਨਾਲ ਲਾ ਨੂੰ ਪੜ੍ਹਨਾ ਹੈ, ਕਿਸੇ ਨੇ ਕਿਸੇ ਤਰੀਕੇ ਦੇ ਨਾਲ। ਇਹ ਵੀ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਜਿਹੜੇ USCIS ਵਾਲੇ ਹੋਣਗੇ ਉਹਨਾਂ ਨੂੰ ਜਿਹੜੀ ਕਿਸ ਤਰੀਕੇ ਦੇ ਨਾਲ ਇਸ ਲਾਅ ਦੇ ਅਧੀਨ ਜਿਹੜੀ ਉਹ ਟ੍ਰੇਨਿੰਗ ਜਿਹੜੀ ਹੋਊਗੀ, ਕਿੱਦਾਂ ਉਹਨਾਂ ਨੂੰ ਜਿਹੜੀਆਂ ਫਾਈਲ ਪ੍ਰੋਸੈਸਿੰਗ ਜਿਹੜੀਆਂ ਆ ਉਹ ਕਰਨ ਦੇ ਲਈ ਜਿਹੜਾ ਉਹ ਆਖਿਆ ਜਾਊਗਾ। ਸੋ ਅਸੀਂ ਬੜੇ ਚਿਰ ਤੋਂ ਇਹੀ ਸਾਰਿਆਂ ਨੂੰ ਕਹਿ ਰਹੇ ਹਾਂ ਵੀ ਜਿਹੜੇ ਵੀ ਐਲੀਜੀਬਲ ਹੈਗੇ ਨੇ US ਸਿਟੀਜ਼ਨ ਬਣਨ ਦੇ ਲਈ ਐਟਲੀਸਟ ਆਪਣੀਆਂ ਫਾਈਲਸ ਜਿਹੜੀਆਂ ਉਹ ਤੁਸੀਂ ਲਾ ਦਿਓ, ਆਪੋ ਆਪਣੇ ਤਰੀਕੇ ਦੇ ਨਾਲ ਇੱਕ ਹਿਸਾਬ ਦੇ ਨਾਲ ਆਪਣੇ ਆਪ ਨੂੰ ਸੇਫ ਰੱਖੋ। ਦੇਖੋ ਅਮਰੀਕਾ ਨੇ ਹੁਣ ਇੱਕ ਠਾਣ ਲਿਆ ਆ ਵੀ ਲੋਕਾਂ ਨੂੰ ਇੱਥੋਂ ਕੱਢਣਾ ਆ ਅਤੇ ਨਵੇਂ ਲੋਕਾਂ ਨੂੰ ਇੱਥੇ ਆਉਣ ਨਹੀਂ ਦੇਣਾ। ਇਹ ਜਿਹੜੀ ਇਸ ਟਾਈਮ ਬਣ ਰਹੀ ਆ, ਚਾਹੇ ਜਿੰਨਾ ਮਰਜ਼ੀ ਕੋਈ ਹੁਣ ਰੌਲਾ ਪਾਈ ਜਾਵੇ ਵੀ ਲੈਂਡ ਆਫ ਇਮੀਗਰੈਂਟਸ ਜਿਹੜੀ ਹੈਗੀ ਆ, ਨੋ ਡਾਊਟ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਆ, ਪਰ ਉਸ ਚੀਜ਼ ਨੂੰ ਜਿਹੜਾ ਉਹ ਬਦਲਣ ਜਾ ਰਿਹਾ ਆ ਇਹ ਪ੍ਰਸ਼ਾਸਨ, ਅਤੇ ਜਾਂ ਫਿਰ ਉਦੋਂ ਤੱਕ ਉਹਨਾਂ ਲੋਕਾਂ ਨੂੰ ਵੇਟ ਕਰਨੀ ਪਊਗੀ ਜਿੰਨੀ ਦੇਰ ਤੱਕ ਇਹਨਾਂ ਦੇ ਫੈਸਲਿਆਂ ਨੂੰ ਕੋਈ ਬਦਲਣ ਵਾਲਾ ਜਿਹੜਾ ਆ ਉਹ ਅੱਗੇ ਨਹੀਂ ਆ ਜਾਂਦਾ। ਦੇਖੋ ਪ੍ਰਸ਼ਾਸਨ ਜਿਹੜੇ ਉਹ ਬਦਲਦੇ ਰਹਿੰਦੇ ਨੇ, ਪਰ ਜਿਹੜੇ ਕੋਈ ਲਾਅ ਬਣ ਜਾਂਦੇ ਹੁੰਦੇ ਆ ਖਾਸ ਕਰਕੇ ਇਮੀਗ੍ਰੇਸ਼ਨ ਜਾਂ ਹੋਰ ਮਾਮਲਿਆਂ ਦੇ ਵਿੱਚ, ਉਹਨਾਂ ਨੂੰ ਤਬਦੀਲ ਕਰਨਾ ਔਖਾ ਆ। ਹੁਣ ਦੇਖੋ ਚਾਹੇ ਸਨੈਪ ਵਾਲੇ ਪ੍ਰੋਗਰਾਮ ਦੇ ਉੱਤੇ ਬਣੇ ਆ, ਮੈਡੀਕੇਅਰ ਵਾਲੇ ਦੇ ਬਣੇ ਆ, ਹੁਣ ਉਸ ਨੂੰ ਚੇਂਜ ਕਰਨ ਦੀਆਂ ਗੱਲਾਂ ਬੜੇ ਚਿਰ ਤੋਂ ਚੱਲ ਰਹੀਆਂ ਆ। ਕੋਈ ਵਰਲਾ ਟਾਵਾਂ ਹੀ ਹੁੰਦਾ ਹੈ ਜਦੋਂ ਆ ਕੇ ਅਜਿਹੀ ਚੀਜ਼ ਨੂੰ ਹੱਥ ਪਾਉਂਦਾ ਹੈ। ਸੋ ਇਸ ਪ੍ਰਸ਼ਾਸਨ ਨੇ ਜਿਹੜਾ ਇਸ ਨੂੰ ਚੇਂਜ ਕਰਨ ਦੇ ਲਈ ਜਿਹੜੀ ਆ ਉਹ ਹੁਣ ਠਾਣੀ ਹੋਈ ਆ। ਸੋ ਕੁਛ ਨਾ ਕੁਛ ਇਸ ਦੇ ਵਿੱਚ ਡੈਫੀਨੇਟਲੀ ਜਿਹੜੇ ਚੇਂਜਿਸ ਆਉਣਗੇ, ਇਮੀਗ੍ਰੇਸ਼ਨ ਦੇ ਵਿੱਚ ਜਿਹੜੇ ਉਹ ਚੇਂਜਿਸ ਆਉਣਗੇ। ਸੋ ਹਰ ਇੱਕ ਨੂੰ ਉਸ ਚੀਜ਼ ਦੇ ਲਈ ਆਪਣਾ ਤਿਆਰ ਰਹਿਣਾ ਚਾਹੀਦਾ। ਤਿਆਰ ਰਹਿਣ ਤੋਂ ਭਾਵ ਆਪਣਾ ਪੇਪਰ ਵਰਕ ਅਪ ਟੂ ਡੇਟ, ਟਿਚ ਬਟਨ ਜਿੱਦਾਂ ਕਹਿੰਦੇ ਹੁੰਦੇ ਆ ਨਾ ਵੀ ਐ ਟਿਚ ਬਟਾ ਟਿਚ ਰੱਖੋ। ਵਧੀਆ ਇਮੀਗ੍ਰੇਸ਼ਨ ਦਾ ਵਕੀਲ ਜਿਹੜਾ ਆ ਉਹ ਤੁਸੀਂ ਕਰੋ। ਪੇਪਰ ਵਰਕ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਤਾਹੀ ਜਿਹੜੀ ਉਹ ਨਾ ਹੋਵੇ। ਕਈ ਵਾਰੀ ਬੰਦਾ ਬੱਚਿਆਂ ਦੇ ਬਾਰੇ ਜਿਹੜਾ ਉਹ ਭੁੱਲ ਜਾਂਦਾ ਵੀ ਚੱਲ ਕੋਈ ਨਹੀਂ, ਇਹ ਜਿਹੜੇ ਖਾਸ ਕਰਕੇ ਅਸਾਈਲਮ ਕੇਸ ਦੇ ਉੱਤੇ ਹੁੰਦੇ ਆ ਉਹ ਕਈ ਵਾਰੀ ਉਹਨਾਂ ਦੀ ਭਰਦੇ ਹੀ ਨਹੀਂ ਆ। ਸੋ ਉਹਨਾਂ ਦਾ ਵੀ ਜਿਹੜਾ ਭਵਿੱਖਾ ਦਾਅ 'ਤੇ ਨਾ ਲਾਓ ਤੁਸੀਂ। ਚਾਹੇ $400-500 ਵੱਧ ਵੀ ਲੱਗਦਾ ਆ, ਡੈਫੀਨੇਟਲੀ ਜਿਹੜਾ ਆ ਉਹ ਤੁਸੀਂ ਉਹ ਸਾਰੇ ਜਿਹੜੇ ਪੇਪਰ ਵਰਕ ਅਪ ਟੂ ਡੇਟ ਰੱਖੋ। ਸੋ ਬਹੁਤ ਸਾਰੇ ਮੈਂ ਦੇਖਦਾ ਹੁੰਦਾ ਵੀ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਆ ਉਹ ਆਪਣੀ ਗ੍ਰੀਨ ਕਾਰਡ ਜਾਂ ਵਰਕ ਪਰਮਿਟ ਉਹ ਜਾ ਕੇ ਬੈਂਕ ਦੇ ਵਿੱਚ ਲੋਕਰ 'ਚ ਰੱਖ ਦਿੰਦੇ ਤੇ ਦੇਖਦੇ ਹੈ ਨਹੀਂ ਵੀ ਕਦੋਂ ਐਕਸਪਾਇਰ ਹੋਣਾ ਆ। ਕਈ ਵਾਰ ਐਕਸਪਾਇਰ ਹੋ ਜਾਂਦਾ, ਤੁਸੀਂ ਆਊਟ ਆਫ ਸਟੇਟਸ ਚੱਲ ਜਾਂਦੇ ਆ। ਸੋ ਫਿਰ ਵੱਡੀ ਪ੍ਰੋਬਲਮ ਉਹਦੇ ਬਾਅਦ 'ਚ ਪਊਗੀ। ਸੋ ਬਿਲਕੁਲ ਸਭ ਤੋਂ ਪਹਿਲਾਂ ਨੰਬਰ 1 ਪ੍ਰਾਇਓਰਟੀ ਜਦੋਂ ਤੁਸੀਂ ਅਮਰੀਕਾ 'ਚ ਆਉਂਦੇ ਆ, ਕਿਸੇ ਤਰੀਕੇ ਨਾਲ ਵੀ ਆਉਂਦੇ ਆ, ਤੁਹਾਡਾ ਇਮੀਗ੍ਰੇਸ਼ਨ ਸਟੇਟਸ ਜਿਹੜਾ ਆ ਉਹ ਟਿਚ ਹੋਣਾ ਚਾਹੀਦਾ ਆ। ਨਹੀਂ ਤਾਂ ਫਿਰ ਕਈ ਮੈਂ ਦੇਖੇ ਆ ਵੀ 20 25 ਸਾਲ ਵੀ ਜਿਹੜੇ ਵਿਚਾਰੇ ਆ ਉਹ ਰੁਲਦੇ ਰਹਿੰਦੇ ਆ। ਬਿਲਕੁਲ, ਕਿਉਂਕਿ ਇਹ ਪਾਸੇ ਵੀ ਜਿਹੜੇ ਉਹ ਜਾਣ ਜੋਗੇ ਉਹ ਰਹਿੰਦੇ ਨੇ। ਸੋ ਇਹ ਜ਼ਰੂਰ ਆ ਵੀ ਆਪਣਾ ਡੈਫੀਨੇਟਲੀ ਰੱਖੋ। ਉਸ ਪ੍ਰਪੋਜ਼ਡ ਲਾਅ ਦੇ ਉੱਤੇ ਕਿੱਦਣ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟਨ ਨੀਲਸਨ ਸਾਈਨ ਕਰਨਗੇ, ਕਿੱਦਣ ਉਹਨਾਂ ਦੇ ਉੱਤੇ ਕਮੈਂਟ 2 ਮਹੀਨੇ ਦੇ ਲਈ ਜਿਹੜੇ ਲਏ ਜਾਣਗੇ, ਉਹਦੇ ਬਾਰੇ ਜਿੱਦਾਂ ਹੀ ਅਪਡੇਟ ਆਊਗੀ ਆਪਾਂ ਜ਼ਰੂਰ ਤੁਹਾਨੂੰ ਜਿਹੜੀ ਆ ਉਹ ਜਾਣਕਾਰੀ ਦੇਵਾਂਗੇ। ਬਾਕੀ ਇਹ ਵੀ ਜਿਹੜਾ ਦੱਸ ਜਾਈ ਵੀ ਜਿਹੜਾ FMCSA ਵਾਲਾ ਕਰਨ ਵਾਲਾ ਕਮੈਂਟ ਪੀਰੀਅਡ ਮਿਲਦਾ ਅੱਜ ਸ਼ਾਇਦ ਉਸ ਦਾ ਲਾਸਟ ਡੇਟ ਹੈਗਾ ਆ। ਸੋ ਜਿਹੜੇ ਵੀ ਟਰੱਕਰਸ ਉਹਨਾਂ ਨੇ FMCSA ਦੇ ਜਿਹੜੇ ਆਵਰਸ ਆਫ ਸਰਵਿਸ ਦੇ ਉੱਤੇ ਕਮੈਂਟ ਨਹੀਂ ਕੀਤਾ, ਉਹ ਫੈਡਰਲ ਰਜਿਸਟਰ ਤੇ ਆਵਰ ਆਫ ਸਰਵਿਸ ਸਰਚ ਕਰੋ ਗੂਗਲ ਦੇ ਉੱਤੇ ਤਾਂ ਉਹ ਉੱਤੇ ਹੀ ਜਿਹੜਾ ਉਹ ਲਿੰਕ ਉਸ ਦਾ ਆ ਜਾਂਦਾ ਹੈ, ਤੁਸੀਂ ਉਸ ਦੇ ਉੱਤੇ ਕਮੈਂਟ ਵੀ ਕਰ ਸਕਦੇ ਹੋ। ਬਾਕੀ ਜਿਹੜੀ ਇੱਕ ਹਰਜੋਤ ਸਿੰਘ ਜੀ ਇੱਕ ਬਰੁਕਿੰਗਜ਼ ਯੂਨੀਵਰਸਿਟੀ ਆ, ਉਹਨਾਂ ਨੇ ਇਮੀਗ੍ਰੇਸ਼ਨ ਦੇ ਨਾਲ ਜਿਹੜਾ ਕਾਫੀ ਜਿਹੜੀ ਰਿਸਰਚ ਕਰਕੇ ਇੱਕ ਫੈਕਟਸ ਜਿਹੜੇ ਉਹ ਲਿਆਂਦੇ ਆ। ਉਹਦੇ ਵਿੱਚ ਇਹ ਜਿਹੜਾ ਇਸ ਟਾਈਮ ਦੱਸਿਆ ਜਾ ਰਿਹਾ ਵੀ ਕਹਿੰਦੇ ਜਿਹੜੇ 19th ਸੈਂਚੁਰੀ ਦੇ ਅਖੀਰ ਦੇ ਵਿੱਚ ਜਿਹੜੇ ਲੈਵਲ ਸੀ ਨਾ US ਪਾਪੂਲੇਸ਼ਨ ਦੇ ਵਿੱਚ ਫੋਰਨ ਬੋਰਨ ਸ਼ੇਅਰ ਦਾ, ਉਹ ਆਲਮੋਸਟ ਉਸ ਲੈਵਲ ਦੇ ਉੱਤੇ ਪਹੁੰਚਿਆ ਹੋਇਆ ਵੀ ਬਾਹਰਲੇ ਜੰਮੇ ਹੋਏ ਲੋਕ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹ ਇਸ ਟਾਈਮ ਤਕਰੀਬਨ 14% ਜਿਹੜੇ ਆ ਉਹ ਹੋ ਚੁੱਕੇ ਨੇ। ਇੱਕ ਟਾਈਮ ਦੇ ਉੱਤੇ ਫੋਰਨ ਬੋਰਨ ਸ਼ੇਅਰ ਜਿਹੜਾ ਆ ਬਹੁਤ ਜ਼ਿਆਦਾ ਘਟ ਗਿਆ ਸੀ 1970 ਦੇ ਵਿੱਚ, ਮਹਿਜ 4.7%। ਉਹ ਇੱਕ ਵਾਰੀ ਫੇਰ ਜਿਹੜਾ ਵਧਿਆ ਆ ਬਾਹਰੋਂ, ਜਿਹੜੀ ਇੱਥੋਂ ਇਹੀ ਪਤਾ ਲੱਗਦਾ ਆ ਵੀ ਬਾਹਰੋਂ ਲੋਕਾਂ ਦੀ ਜਿਹੜੀ ਆਮਦ ਆ ਅਮਰੀਕਾ ਦੇ ਵਿੱਚ ਕਾਫੀ ਜਿਹੜੀ ਆ ਉਹ ਵਧੀ ਆ, ਅਤੇ ਉਹ ਇੱਕ ਵਾਰੀ ਫੇਰ ਜਿਹੜੇ ਆ 14% ਦੇ ਉੱਤੇ ਜਿਹੜੀ ਆ ਉਹ ਬਣ ਚੁੱਕੀ ਆ। ਆਈ ਥਿੰਕ ਇਹੀ ਆਂਕੜਾ ਜਿਹੜਾ ਕਿਤੇ ਨਾ ਕਿਤੇ ਅਮਰੀਕਾ ਦੇ ਜਿਹੜੇ ਇਸ ਟਾਈਮ ਜਿਹੜਾ ਪ੍ਰਸ਼ਾਸਨ ਆ ਉਸ ਨੂੰ ਜਿਹੜਾ ਆ ਉਹ ਖੜਕ ਰਿਹਾ ਆ, ਉਹਨਾਂ ਦੀਆਂ ਅੱਖਾਂ ਦੇ ਵਿੱਚ ਰੜਕ ਰਿਹਾ ਆ ਵੀ ਇਹ ਲਗਾਤਾਰ 1970 ਤੋਂ ਬਾਅਦ ਦੇ ਵਿੱਚ
ਲਗਾਤਾਰ ਜਿਹੜੀ ਇਹ ਗਰੋਥ ਆ ਉਹ ਹੋ ਰਹੀ ਆ। 2017 ਤੱਕ ਇਹ 14% ਬਾਹਰਲੇ ਜੰਮੇ ਲੋਕ ਅਮਰੀਕਾ ਦੇ ਵਿੱਚ ਆ ਚੁੱਕੇ ਹੋਏ ਨੇ। ਤੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ, ਹੋਰ ਵੀ ਜਿਹੜੇ ਮੁਲਕ ਆ ਉੱਥੇ ਇਮੀਗ੍ਰੇਸ਼ਨ ਕਾਫੀ ਟਾਈਟ ਹੋ ਰਹੀ ਆ। ਆਸਟ੍ਰੇਲੀਆ ਦੇ ਵਿੱਚ ਜਿਹੜੇ ਇਮੀਗ੍ਰੈਂਟ ਜਾ ਰਹੇ ਆ, ਹੁਣ ਆਸਟ੍ਰੇਲੀਆ ਦੇ ਜਿਹੜੇ ਇੱਕ ਗਵਰਨਮੈਂਟ ਆ ਉਹ ਕਹਿੰਦੇ ਪਈ ਜਿਹੜੀ ਅਸੀਂ ਇੱਕ ਇੱਦਾਂ ਦੀ ਕੰਡੀਸ਼ਨ ਰੱਖਣ ਜਾ ਰਹੇ ਹਾਂ ਵੀ ਜਿਹੜਾ ਵੀ ਉੱਥੇ ਇਮੀਗ੍ਰੈਂਟ ਆਊਗਾ, ਚਾਹੇ ਉਹ ਸਟੂਡੈਂਟ ਵੀਜ਼ੇ 'ਤੇ ਆਉਂਦਾ ਜਾਂ ਹੋਰ, ਉਹਨਾਂ ਨੂੰ 5 ਸਾਲ ਜਿਹੜੇ ਉੱਥੇ ਦੇ ਰੂਰਲ ਏਰੀਆ ਆ, ਜਿਹੜਾ ਪੇਂਡੂ ਏਰੀਆ, ਉੱਥੇ ਰਹਿਣਾ ਪਊਗਾ। ਕਿਉਂਕਿ ਆਸਟ੍ਰੇਲੀਆ ਦੀ ਪਾਪੂਲੇਸ਼ਨ ਕਹਿੰਦੇ ਵੀ 25 ਮਿਲੀਅਨ ਦੇ ਕਰੀਬ ਪਹੁੰਚ ਗਈ ਹੈਗੀ ਆ, ਜਿਹਦੇ ਵਿੱਚੋਂ 2/5 ਜਿਹੜੀ ਆ ਪਾਪੂਲੇਸ਼ਨ ਸਿਰਫ 2 ਸ਼ਹਿਰਾਂ 'ਚ ਹੀ ਰਹਿੰਦੀ ਆ, ਜਿਹੜਾ ਸਿਡਨੀ ਆ ਅਤੇ ਮੈਲਬੌਰਨ ਆ। ਸੋ ਆਸਟ੍ਰੇਲੀਆ ਦੀ ਗਵਰਨਮੈਂਟ ਚਾਹੁੰਦੀ ਆ ਵੀ ਸਾਰੇ ਪਾਸੇ ਜਿਹੜਾ ਉਹਨਾਂ ਦਾ ਵਿਕਾਸ ਹੋਵੇ, ਪਰ ਇਹਦੇ ਸੰਬੰਧ ਦੇ ਵਿੱਚ ਜਿਹੜੇ ਆ ਉੱਥੇ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਆ, ਉਹਨਾਂ ਨੇ ਇਹ ਕਿਹਾ ਆ, ਪ੍ਰੋਫੈਸਰ ਪੀਟਰ ਮੈਕਡੋਨਲਡ, ਉਹ ਕਹਿੰਦੇ ਵੀ ਇਹ ਗੱਲ ਤਾਂ ਠੀਕ ਆ ਵੀ ਤੁਸੀਂ ਕੰਡੀਸ਼ਨ ਲਾ ਦੋਗੇ 5 ਸਾਲ ਤੁਹਾਨੂੰ ਰੂਰਲ ਏਰੀਆ 'ਚ ਰਹਿਣਾ ਪਊਗਾ, ਇਹਨੂੰ ਇਨਫੋਰਸ ਕਿਸ ਤਰ੍ਹਾਂ ਕਰੋਗੇ, ਪਲੱਸ ਉੱਥੇ ਤੁਸੀਂ ਜੌਬਸ ਕਿਸ ਤਰ੍ਹਾਂ ਕ੍ਰੀਏਟ ਕਰੋਗੇ ਜਿੱਥੇ ਜਿਹੜੇ ਨਵੇਂ ਇਮੀਗ੍ਰੈਂਟ ਆ ਕੇ ਰਹਿਣਗੇ। ਸੋ ਇਮੀਗ੍ਰੇਸ਼ਨ ਦੇ ਉੱਤੇ ਹਰ ਪਾਸੇ ਜਿਹੜਾ ਕੰਮ ਆ ਉਹ ਟਾਈਟ ਹੋ ਰਿਹਾ ਹੈਗਾ। ਜੀ ਜੀ। ਅਤੇ ਵੀਜ਼ਾ ਬੁਲਟਨ ਦੇ ਉੱਤੇ ਨਜ਼ਰ ਜਿਹੜੀ ਹਰਜੋਤ ਸਿੰਘ ਜੀ ਮਾਰਦੇ ਜਾਈਏ, ਇਸ ਮਹੀਨੇ ਦੇ ਵਿੱਚ, ਅਕਤੂਬਰ ਮਹੀਨੇ ਦੇ ਵਿੱਚ ਕਿਹੜੀਆਂ ਡੇਟਸ ਜਿਹੜੀਆਂ ਚੱਲ ਰਹੀਆਂ, ਖਾਸ ਕਰਕੇ ਜਿਹੜੇ ਆਪਣੇ ਲੋਕ ਭਾਰਤ ਤੋਂ ਇੱਥੇ ਪਲਾਇਨ ਕਰਨ ਦੇ ਬਾਰੇ ਜਿਹੜੇ ਸੋਚ ਰਹੇ ਆ, ਜਿਨ੍ਹਾਂ ਦੇ ਕੇਸਿਸ ਜਿਹੜੇ ਆ ਉਹ ਲੱਗੇ ਹੋਏ ਨੇ। ਅਣਵਿਆਹੇ ਮੁੰਡੇ ਕੁੜੀਆਂ ਅਤੇ ਸਪਾਊਸਿਸ, ਚਿਲਡਰਨ ਜਿਹੜੇ US ਸਿਟੀਜ਼ਨਸ ਦੇ, ਉਹਨਾਂ ਦੇ ਲਈ ਜਿਹੜੀ ਤਰੀਕ ਆ ਉਹ 1 ਜੂਨ 2011 ਜਿਹੜੀ ਆ ਉਹ ਚੱਲ ਰਹੀ ਆ। ਪਰਮਾਨੈਂਟ ਰੈਜ਼ੀਡੈਂਟਸ ਦੇ ਸਪਾਊਸਿਸ ਅਤੇ ਉਹਨਾਂ ਦੇ ਚਿਲਡਰਨ ਆ, ਉਹਨਾਂ ਦੇ ਲਈ ਜਿਹੜੀ ਤਰੀਕ ਆ 22 ਅਗਸਤ 2016 ਚੱਲ ਰਹੀ ਆ। ਅਤੇ ਨਾਲ ਹੀ ਜਿਹੜੇ ਅਨਮੈਰਿਡ, ਅਣਵਿਆਹੇ ਮੁੰਡੇ ਕੁੜੀਆਂ ਜਿਹੜੇ 21 ਸਾਲ ਤੋਂ ਜਿਨ੍ਹਾਂ ਦੀ ਉਮਰ ਵੱਧ ਹੈਗੀ ਆ, ਪਰਮਾਨੈਂਟ ਰੈਜ਼ੀਡੈਂਟਸ ਵਾਲੇ, ਉਹਨਾਂ ਦੇ ਲਈ ਤਰੀਕ ਜਿਹੜੀ ਆ 22 ਨਵੰਬਰ 2011 ਚੱਲ ਰਹੀ ਆ। ਅਤੇ ਜਿਹੜਾ ਵਿਆਹੇ ਮੁੰਡੇ ਕੁੜੀਆਂ, ਵਿਆਹੇ ਜਿਹੜੇ ਆ ਸਨਸ ਅਤੇ ਡਾਟਰ ਮੁੰਡੇ ਕੁੜੀਆਂ US ਸਿਟੀਜ਼ਨਸ ਦੇ, ਉਹਨਾਂ ਦੇ ਲਈ ਤਰੀਕ ਜਿਹੜੀ ਆ 15 ਜੂਨ 2006 ਚੱਲ ਰਹੀ ਆ। ਅਤੇ ਭੈਣ ਭਰਾ ਵਾਲੇ ਕੇਸਾਂ ਦੇ ਵਿੱਚ ਜਿਹੜੀ ਇਸ ਟਾਈਮ US ਸਿਟੀਜ਼ਨ ਦੇ ਭੈਣ ਭਰਾ ਵਾਲੇ ਕੇਸਾਂ ਦੇ ਵਿੱਚ ਤਰੀਕ ਜਿਹੜੀ ਆ 1 ਮਈ 2004 ਚੱਲ ਰਹੀ ਆ। ਇਹ ਦੱਸਦੇ ਜਾਈਏ ਵੀ ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਹਰ ਵਰੇ ਗ੍ਰੀਨ ਕਾਰਡ ਦੀ ਸੰਖਿਆ ਘਟਾਈ ਜਾ ਰਹੀ ਆ ਅਮਰੀਕਾ ਦੇ ਦੁਆਰਾ, ਇਹ ਜਿਹੜੀਆਂ ਡੇਟਸ ਆ ਉਹ ਹੌਲੀ ਹੌਲੀ ਜਿਹੜੀਆਂ ਉਹ ਵਧਣਗੀਆਂ। ਕਈ ਵਾਰੀ ਇਹ ਵੀ ਹੁੰਦਾ ਆ ਵੀ ਹੋ ਸਕਦਾ ਵੀ ਕਿਸੇ ਵਰੇ ਦੇ ਵਿੱਚ ਘੱਟ ਲੋਕਾਂ ਨੇ ਅਪਲਾਈ ਕੀਤਾ ਹੋਵੇ, ਵੀ ਉਦੋਂ ਕਿਤੇ ਮਾੜਾ ਮੋਟਾ ਤੇਜ਼ੀ ਵੀ ਜਿਹੜੀ ਉਹ ਛਾਲ ਵੀ ਜਿਹੜੀ ਉਹ ਵੱਜ ਜਾਂਦੀ ਹੋਵੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਲੰਮਾ ਸਮਾਂ ਜਿਹੜਾ ਚੱਲ ਰਿਹਾ, ਦੇਖੋ 2018 ਸਾਲ ਚੱਲ ਰਿਹਾ ਅਤੇ ਪਿੱਛੇ ਤੋਂ ਪਿੱਛੇ ਵਾਲਾ ਜਿਹੜਾ ਦੇਖਿਆ ਜਾਵੇ 2006 ਵਾਲੇ ਜਿਹੜੇ ਆ ਉਹ ਚੱਲ ਰਹੇ ਆ। ਸੋ 12 ਸਾਲ ਦਾ ਜਿਹੜਾ ਡਿਫਰੈਂਸ ਹੈਗਾ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਸਕਦਾ। ਇਨਫੈਕਟ 2004 ਵਾਲੇ ਵੀ ਜਿਹੜੇ ਹੈਗੇ, ਜਿਹੜੇ ਭੈਣ ਭਰਾ ਵਾਲੇ ਜਿਹੜੇ ਕੇਸ ਚੱਲ ਰਹੇ, 14 ਸਾਲ ਦਾ ਜਿਹੜਾ ਇੰਤਜ਼ਾਰ ਹੈਗਾ ਆ। ਜਿਹੜੇ ਅੱਜ ਤੋਂ 10 ਸਾਲ ਪਹਿਲੋਂ ਆਏ ਹੋਣਗੇ ਉਦੋਂ ਸ਼ਾਇਦ ਇੰਨਾ ਇੰਤਜ਼ਾਰ ਨਹੀਂ ਸੀ। ਸੋ ਐਵਰੀ ਈਅਰ ਇਹ ਅਕਮੂਲੇਟ ਹੁੰਦਾ ਜਾ ਰਿਹਾ, ਵੱਧ ਤੋਂ ਵੱਧ ਕੇਸ ਜਿਹੜੇ ਆ ਉਹ ਹੋ ਰਹੇ ਨੇ। ਅਤੇ ਕਿਉਂਕਿ ਜਿਉਂ-ਜਿਉਂ ਲੋਕ ਇੱਥੇ ਆਏ ਨੇ, ਜਿਹੜੇ ਪੱਕੇ ਹੋਏ ਨੇ, ਉਨੀ ਐਕਸਪੋਨੈਂਸ਼ਲੀ ਜਿਹੜੇ ਕੇਸ ਲਾਉਣ ਦੀ ਸੰਖਿਆ ਵੀ ਜਿਹੜੀ ਉਹ ਵਧੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀ ਰਫ਼ਤਾਰ ਜਿਹੜੀ ਆ ਉਹ ਮੱਧਮ ਹੀ ਜਿਹੜੀ ਆ ਉਹ ਰਹੂਗੀ। ਬਿਲਕੁਲ। ਅਤੇ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ, ਅਤੇ ਜਾਂਦੇ ਜਾਂਦੇ ਜਿਹੜੀ ਇੱਕ ਹੋਰ ਇਮੀਗ੍ਰੇਸ਼ਨ ਦੀ ਖਬਰ ਸਾਂਝੀ ਕਰਦੇ ਜਾਈਏ। ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵੱਲੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਜੇਲ੍ਹਾਂ 'ਚੋਂ ਛੱਡਿਆ ਗਿਆ ਆ, ਕਿਉਂਕਿ ਕੋਰਟ ਵੱਲੋਂ ਆਰਡਰ ਹੋਏ ਸੀ ਜਿਹੜੇ ਫੈਮਿਲੀ ਯੂਨਿਟਸ ਆ ਉਹਨਾਂ ਨੂੰ, ਜਿਨ੍ਹਾਂ ਦੇ ਨਾਲ ਬੱਚੇ ਆ, ਤੁਸੀਂ 20 ਦਿਨਾਂ ਤੋਂ ਵੱਧ ਨਹੀਂ ਰੱਖ ਸਕਦੇ, ਪਰ ਪਿਛਲੇ ਸਮੇਂ 'ਚ ਰੱਖੇ ਹੋਏ ਸੀ। ਪਰ ਹੁਣ ਕਹਿੰਦੇ ਆਲ ਆਫ ਸਡਨ ਗੋਟਾਮਾਲਾ ਤੋਂ ਬਹੁਤ ਜ਼ਿਆਦਾ ਲੋਕ ਜਿਹੜੇ ਆ ਇਲੀਗਲੀ ਐਂਟਰ ਹੋਏ ਹੈਗੇ ਆ USA ਦੇ ਵਿੱਚ, ਜਿਹਦੇ ਨਾਲ ਜਿਹੜੀਆਂ ਜੇਲ੍ਹਾਂ ਆ ਉਹ ਕਰੈਕਸ਼ਨਲ ਫੈਸਿਲਿਟੀਜ਼ ਆ ਉਹ ਕਾਫੀ ਭਰੀਆਂ ਹੋਈਆਂ ਆ। ਸੋ ਉਸ ਨੂੰ ਦੇਖਦੇ ਹੋਏ ਆਈਸ ਵਾਲਿਆਂ ਨੇ ਪਿਛਲੇ 2 ਦਿਨਾਂ ਦੇ ਵਿੱਚ ਕਹਿੰਦੇ ਹੰਡਰਡਸ ਆਫ 100 ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਅਰੈਸਟ ਕੀਤੇ ਸੀ ਉਹਨਾਂ ਨੂੰ ਛੱਡਿਆ ਹੈਗਾ ਆ। ਅਤੇ ਇੱਦਾਂ ਨਹੀਂ ਵੀ ਫਰੀ ਛੱਡਤਾ, ਉਹਨਾਂ ਦੇ ਕਈਆਂ ਦੇ ਪੈਰਾਂ ਦੇ ਵਿੱਚ ਉਹ ਲਾਇਆ ਵੀ ਹੈਗਾ ਆ ਬਰੇਸਲੇਟ। ਅਤੇ ਹੁਣ ਇੱਕ ਫੀਨਿਕਸ ਦੇ ਵਿੱਚ ਜਿਹੜਾ ਚਰਚ ਆ
ਉਹਨਾਂ ਨੇ 100 ਦੇ ਕਰੀਬ ਇਮੀਗ੍ਰੈਂਟ ਆਪਣੇ ਕੋਲ ਆਏ ਆ। ਦੇਖੋ ਕਿੰਨੀ ਵਧੀਆ ਗੱਲ ਆ ਵੀ ਚਰਚ ਵਾਲੇ ਕਹਿੰਦੇ ਆ ਵੀ 100 ਦੇ ਕਰੀਬ ਜਿਹੜੇ ਅਨਡਾਕੂਮੈਂਟਡ ਬੰਦੇ ਆ ਉਹ ਅਸੀਂ ਉਹਨਾਂ ਨੂੰ ਰੱਖਾਂਗੇ, ਅਸੀਂ ਉਹਨਾਂ ਨੂੰ ਫੂਡ ਦੇਵਾਂਗੇ, ਰਹਿਣ ਲਈ ਜਗ੍ਹਾ ਦੇਵਾਂਗੇ, ਬਾਥਰੂਮ ਦੇਵਾਂਗੇ, ਸਾਰਾ ਕੁਛ, ਅਤੇ ਉਹ ਤੋਂ ਬਾਅਦ ਉਹਨਾਂ ਨੇ ਜਿੱਥੇ ਵੀ ਜਾਣਾ ਹੋਊਗਾ ਉਹਦੇ ਲਈ ਅਸੀਂ ਉਹਨਾਂ ਨੂੰ ਥੋੜ੍ਹਾ ਬਹੁਤਾ ਕੈਸ਼ ਵੀ ਦੇਵਾਂਗੇ ਜੇ ਕਿਤੇ ਟਿਕਟ ਲੈ ਕੇ ਜਾਣਾ ਹੋਵੇ। ਸੋ ਬਹੁਤ ਵਧੀਆ ਗੱਲ ਆ। ਇਸ ਨੂੰ ਦੇਖਦੇ ਹੋਏ ਜਿਹੜੇ ਆਪਣੇ ਗੁਰੂ ਘਰ ਆ ਜਾਂ ਆਪਣੇ ਮੰਦਰ ਹੈਗੇ ਆ ਉਹਨਾਂ ਨੂੰ ਵੀ ਕੁਛ ਨਾ ਕੁਛ ਸੋਚਣਾ ਚਾਹੀਦਾ ਆ। ਕਿਤੇ ਇੱਦਾਂ ਨਾ ਹੋਵੇ ਵੀ ਆਪਾਂ ਦੁਨੀਆ ਨੂੰ ਕਹਿੰਦੇ ਰਹੀਏ ਵੀ ਸਾਡਾ ਜਿਹੜਾ ਗੁਰੂ ਘਰ ਆ ਉਹ ਅਮਰੀਕਾ 'ਚੋਂ ਸਭ ਤੋਂ ਵੱਡਾ ਆ, ਅਤੇ ਜਦੋਂ ਸਾਡੇ ਭੈਣ ਭਰਾ ਨੂੰ ਜ਼ਰੂਰਤ ਪੈਂਦੀ ਹੈ ਕਿਤੇ ਰਾਤ ਨੂੰ ਰਹਿਣ ਨੂੰ ਅਤੇ ਫਿਰ ਆਪਾਂ ਨਾ ਕਰ ਦਿੰਦੇ ਹੈਗੇ ਆ। ਇਹ ਮੈਂ ਗੱਲ ਇਸ ਕਰਕੇ ਕਹੀ ਆ ਵੀ ਆਉਣ ਵਾਲੇ ਕੁਛ ਹਫ਼ਤਿਆਂ ਦੇ ਵਿੱਚ ਜਿਹੜੀ ਆ ਥੈਂਕਸਗਿਵਿੰਗ ਆਉਣੀ ਆ, ਅਤੇ ਲਗਭਗ ਹਰ ਇੱਕ ਗੁਰੂ ਘਰ ਦੇ ਪ੍ਰਬੰਧਕਾਂ ਦੀ ਅਤੇ ਉੱਥੇ ਦੇ ਜਿਹੜੇ ਮੈਂਬਰ ਹੁੰਦੇ ਆ ਉਹਨਾਂ ਦੀ ਦੌੜ ਲੱਗੀ ਹੁੰਦੀ ਆ ਵੀ ਅਸੀਂ ਹੋਮਲੈਸਾਂ ਨੂੰ ਜਿਹੜਾ ਫੂਡ ਦੇਣਾ ਹੈਗਾ ਆ। ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਵੀ ਬੇਕਰਸਫੀਲਡ ਏਰੀਏ ਦੇ ਵਿੱਚ ਇੱਕ ਜੇਲ੍ਹ ਦੇ ਵਿੱਚ 100 ਤੋਂ ਵੱਧ ਜਿਹੜੇ ਪੰਜਾਬੀ ਹੈਗੇ ਆ। ਉੱਥੇ ਕਈ ਵਾਰੀ ਉਹ ਜੇਲ੍ਹ ਦੇ ਵਿੱਚ ਤੁਸੀਂ ਬਾਹਰੋਂ ਫੂਡ ਨਹੀਂ ਲਿਜਾ ਸਕਦੇ, ਪਰ ਕਹਿੰਦੇ ਜੇ ਜੇਲ੍ਹ ਦੀਆਂ ਅਥਾਰਟੀ ਦੇ ਨਾਲ ਤੁਸੀਂ ਗੱਲ ਕਰੋ, ਉਹ ਕਹਿੰਦੇ ਵੀ ਜੇ ਤੁਸੀਂ ਸਾਤੋਂ ਸਮਾਨ ਲੈ ਲਓ ਇੱਥੋਂ ਹੀ ਜੇਲ੍ਹ ਦੇ ਵਿੱਚ, ਅਤੇ ਤੁਸੀਂ ਉੱਥੇ ਜਿਹੜਾ ਆ ਉਹਨਾਂ ਦੇ ਲੰਗਰ ਜਾਂ ਫੂਡ ਬਣਾ ਸਕਦੇ ਹੋ। ਘੱਟੋ ਘੱਟ ਇਹ ਤਾਂ ਕਰੋ ਨਾ ਵੀ ਜਿੱਥੇ ਜਿੱਥੇ ਵੀ ਪੂਰੇ USA ਦੇ ਵਿੱਚ ਕੋਈ ਸਾਡਾ ਭੈਣ ਭਰਾ ਉਹ ਚਾਹੇ ਕਿਸੇ ਵੀ ਕਾਰਨ ਕਰਕੇ ਜੇਲ੍ਹ ਦੇ ਵਿੱਚ ਚਲਾ ਗਿਆ ਆ, ਚਾਹੇ ਇਮੀਗ੍ਰੇਸ਼ਨ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ, ਘੱਟੋ ਘੱਟ ਆਪਣੀ ਲੋਕਲ ਜੇਲ੍ਹ ਨੂੰ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਹੋ ਵੀ ਪੰਜਾਬੀ ਜਾਂ ਇੰਡੀਅਨ ਮੂਲ ਦਾ ਕਿਹੜਾ ਬੰਦਾ ਤੁਹਾਡੇ ਕੋਲ ਹੈਗਾ ਆ, ਅਤੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਨ 'ਤੇ ਉਹਨਾਂ ਨੂੰ ਲੰਗਰ ਖਿਲਾਉਣਾ ਚਾਹੁੰਦੇ ਹਾਂ। ਚਾਹੇ ਉੱਥੇ ਜਾ ਕੇ ਚਾਹੇ 5 ਬੰਦੇ ਵੀ ਹੋਣ, ਮੇਰੇ ਖਿਆਲ ਨਾਲ ਉਹ ਬੰਦੇ ਜਿਹੜੇ ਆ ਪੂਰੀ ਲਾਈਫ ਨਹੀਂ ਤੁਹਾਨੂੰ ਭੁੱਲਣਗੇ। ਸੋ ਸਾਨੂੰ ਇਸ ਚਰਚ ਵੱਲ ਦੇਖ ਕੇ ਆਪਣੀ ਪੰਜਾਬੀ ਕਮਿਊਨਿਟੀ ਨੂੰ ਵੀ ਜ਼ਰੂਰ ਕੁਛ ਨਾ ਕੁਛ ਕਰਨਾ ਚਾਹੀਦਾ, ਅਤੇ ਜੇ ਕਿਸੇ ਨੇ ਕੀਤਾ ਆ ਪੂਰੇ USA ਦੇ ਵਿੱਚ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰਕੇ ਸ਼ੇਅਰ ਕਰਿਓ, ਤਾਂ ਕਿ ਜਿਹੜੇ ਹੋਰ ਵੀ ਆਪਣੇ ਭੈਣ ਭਰਾ ਆ ਉਹਨਾਂ ਨੂੰ ਤੁਹਾਡੇ ਤੋਂ ਕੋਈ ਨਾ ਕੋਈ ਜਿਹੜੀ ਆ ਸੇਧ ਮਿਲ ਸਕੇ ਜੀ। ਅਤੇ ਸਮਾਂ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਦੋਨੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿਕ ਜੀ ਸਤਿ ਸ਼੍ਰੀ ਅਕਾਲ ਜੀ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।